हेलो। सो थोड़े अपने चैनल ते तुहाडा सारिਆਂ ਦਾ बहुत-बहुत स्वागत है। जिवें कि मैं ਤੁਹਾਨੂੰ ਕਿਹਾ ਸੀ कि पटवारी ਦੇ ਲਈ मैं एक स्पैशल सीरीज ਲੈ ਕੇ ਆਇਆ किस चीज ਦੀ ਕੰਪਿਊਟਰ ਦੀ। ठीक है। सो ਕੰਪਿਊਟਰ ਦੇ ਜਿਹੜੇ ਵੀ ਚੈਪਟਰ ਨੇ ਜਿਹੜੇ ਕਿਹਦੇ ਵਿੱਚ ਆਉਣੇ ਨੇ ਕਾਂਸਟੇਬਲ ਪਟਵਾਰੀ ਤੇ ਸਬ ਇੰਸਪੈਕਟਰ ਦੇ ਵਿੱਚ ਉਹ ਸਾਰੇ ਆਪਾਂ ਇਸ ਪਲੇਲਿਸਟ ਦੇ ਵਿੱਚ ਕਰਾਂਗੇ। ਜੋ ਪਹਿਲਾ ਪੇਪਰ ਜਿਵੇਂ ਕਿ ਤੁਹਾਨੂੰ ਪਤਾ ਹੈ 14 ਤਰੀਕ ਦਾ ਪਟਵਾਰੀ ਦਾ ਪੇਪਰ ਆ ਚੁੱਕਿਆ। ਸੋ ਸਭ ਤੋਂ ਪਹਿਲਾਂ ਉਹ ਚੈਪਟਰ ਕਵਰ ਕਰਾਂਗੇ ਜਿਹੜੇ ਕੀ ਨੇ ਪਟਵਾਰੀ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਚੈਪਟਰ ਨੇ। ਸਭ ਤੋਂ ਪਹਿਲਾਂ ਆਪਾਂ ਉਹ ਕਵਰ ਕਰਾਂਗੇ। ठीक है जी। ਉਸ ਤੋਂ ਬਾਅਦ ਆਪਾਂ ਕਾਂਸਟੇਬਲ ਤੇ ਸਬ ਇੰਸਪੈਕਟਰ ਦੇ ਵੀ ਨਾਲ ਕਰੀ ਚੱਲਾਂਗੇ। ਤੁਹਾਨੇ ਕੁਝ ਨਹੀਂ ਕਰਨਾ, ਤੁਹਾਨੇ ਸਿਰਫ ਚੈਨਲ ਨੂੰ ਕੀਪ ਕਰਨਾ ਹੈ, ਸਬਸਕ੍ਰਾਈਬ ਕਰਨਾ। ਠੀਕ ਹੈ। ਬਾਕੀ ਸਾਰੀ ਜ਼ਿੰਮੇਵਾਰੀ ਕਿਹਦੀ ਹੈ? ਮੇਰੀ ਹੈ ਜੀ। ਸਾਰੇ ਬਿਲਕੁਲ ਤੁਹਾਨੂੰ ਡੀਪ ਤੋਂ ਡੀਪ ਲੈ ਕੇ ਜਾਊਂਗਾ। ਉਸ ਤੋਂ ਇਲਾਵਾ ਜਦੋਂ ਇਹ ਥਿਊਰੀ ਕੰਪਲੀਟ ਹੋ ਗਈ ਤਾਂ ਨਾਲ ਨਾਲ ਮੈਂ ਤੁਹਾਨੂੰ ਐਮਸੀਕਿਊ ਫਾਰਮ ਦੇ ਵਿੱਚ ਵੀ ਕੁਐਸਚਨ ਕਰਾਉਂਗਾ। ਸੋ ਇਹ ਲੈਕਚਰ ਥਿਊਰੀ ਦੇ ਉੱਤੇ ਰਹਿਣਗੇ। ਬਹੁਤ ਹੀ ਡੀਪ ਥਿਊਰੀ ਹੋਊਗੀ, ਇੰਗਲਿਸ਼ ਦੇ ਵਿੱਚ ਹੋਊਗੀ, ਪੰਜਾਬੀ 'ਚ ਮੈਂ ਤੁਹਾਨੂੰ ਨਾਲ ਨਾਲ ਕਰਵਾਉਂਗਾ। ਕਿਸੇ ਨੇ ਵੀ ਸਕਿਪ ਨਹੀਂ ਕਰਨਾ। ਛੋਟੇ ਛੋਟੇ ਐਮਸੀਕਿਊ ਬਣਦੇ ਨੇ, ਮੈਂ ਦੱਸੂਗਾ ਕਿ ਕਿਹੋ ਜਿਹਾ ਐਮਸੀਕਿਊ ਇਹਦੇ ਵਿੱਚੋਂ ਬਣਦਾ। ਸੋ ਆਪਾਂ ਲੈਕਚਰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਆਫ ਕੰਪਿਊਟਰ ਦੀ, ਕੰਪਿਊਟਰ ਨਾਲ ਜਾਣ ਪਛਾਣ। ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ। ਪਹਿਲਾ ਕੁਐਸਚਨ ਕਿ ਕੰਪਿਊਟਰ ਕੀ ਹੈ? ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ। ਇਹ ਕੀ ਕਰਦਾ? ਡਾਟਾ ਲੈਂਦਾ ਐਜ਼ ਅ ਇਨਪੁਟ। ਇਨਪੁਟ ਦੇ ਤੌਰ ਤੇ ਡਾਟਾ ਲੈਂਦਾ, ਉਹਨੂੰ ਪ੍ਰੋਸੈਸ ਕਰਦਾ, ਉਹਦੇ ਉੱਤੇ ਕੰਮ ਕਰਦਾ ਤੇ ਜਿਹੜਾ ਡਾਟਾ ਹੁੰਦਾ ਉਹਦੇ ਉੱਤੇ ਕਿਹੜੇ ਕੰਮ ਕਰਦਾ ਹੈ? ਮੈਥਮੈਟੀਕਲ ਜਾਂ ਲੌਜੀਕਲ ਆਪਰੇਸ਼ਨ। ਦੇਖੋ ਮੈਥਮੈਟੀਕਲ ਦਾ ਮਤਲਬ ਜਿਵੇਂ प्लस माइनस की होंगे ने मैथमेटिकल ऑपरेशन, इक्वल टू करना, लैस दैन, ग्रेटर दैन, ये की होंगे ने अपने कोले लॉजिकल ऑपरेशन। एंड गिव द डिजायर आउटपुट। इनपुट लैंदा है, ओनू प्रोसैस करदा ते की दिंदा है? आउटपुट दिंदा है। कंप्यूट वर्ड कम फ्रॉम लैटिन वर्ड, जिहदा मतलब की होंदा है कंप्यूट या कैलकुलेशन करना। पेपर च आंदा कंप्यूटर शब्द कित्थों आया है? ਤਾਂ ਇਹ ਕੰਪਿਊਟ ਵਰਡ ਤੋਂ ਆਇਆ ਤੇ ਇਹਦਾ ਮਤਲਬ ਕੀ ਹੁੰਦਾ ਹੈ? ਕੈਲਕੂਲੇਸ਼ਨ ਕਰਨਾ। ਠੀਕ ਹੈ ਜੀ। ਇਹਦਾ ਮਤਲਬ ਕੀ ਹੁੰਦਾ ਹੈ? ਕੈਲਕੂਲੇਸ਼ਨ ਕਰਨਾ। ਤੇ ਕੰਪਿਊਟ ਇੱਕ ਲੈਟਿਨ ਭਾਸ਼ਾ ਦਾ ਸ਼ਬਦ ਹੈ। ਕਿਹੜੀ ਭਾਸ਼ਾ ਦਾ ਸ਼ਬਦ ਹੈ? ਲੈਟਿਨ ਭਾਸ਼ਾ ਦਾ। ਜੇ ਤੁਹਾਨੂੰ ਥੋੜਾ ਬਹੁਤ ਇਤਿਹਾਸ ਪੜਿਆ ਹੋਵੇ ਤਾਂ ਪਹਿਲਾਂ ਇੱਕ ਰੋਮਨ ਸਾਮਰਾਜ ਸੀ, ਉੱਥੋਂ ਦੀ ਕਿਹੜੀ ਭਾਸ਼ਾ ਸੀ ਜੀ? ਲੈਟਿਨ ਭਾਸ਼ਾ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਮੇਨ ਕੰਪਿਊਟਰ 4 ਫੰਕਸ਼ਨ ਕਰਦਾ। ਇੱਕ ਕੰਪਿਊਟਰ ਜੋ ਹੈ 4 ਫੰਕਸ਼ਨ ਕਰਦਾ। ਪੇਪਰ 'ਚ ਸਿੱਧਾ ਕੁਐਸਚਨ ਆਉਂਦਾ ਕੰਪਿਊਟਰ ਕਿੰਨੇ ਫੰਕਸ਼ਨ ਕਰਦਾ? 4। ਸਭ ਤੋਂ ਪਹਿਲਾਂ ਕੀ ਕਰਦਾ? ਇਨਪੁਟ ਲੈਂਦਾ ਇਨਪੁਟ ਡਿਵਾਈਸ ਤੋਂ। ਉਹ ਤੋਂ ਬਾਅਦ ਕੀ ਕਰਦਾ? ਉਹਨੂੰ ਪ੍ਰੋਸੈਸ ਕਰਦਾ। ਉਹ ਤੋਂ ਬਾਅਦ ਉਹਦੀ ਆਊਟਪੁੱਟ ਦਿੰਦਾ, ਜੋ ਵੀ ਪ੍ਰੋਸੈਸ ਆਇਆ। ਜਿਵੇਂ ਕਿ ਉਹਨੇ ਇਨਪੁਟ ਲਈ 2 + 2, ਇਹ ਇਨਪੁਟ ਹੈ। ਇਹਨੂੰ ਪ੍ਰੋਸੈਸ ਕਰਕੇ ਕੀ ਕੀਤਾ ਉਹਨੇ? 4 ਦਿੱਤਾ ਤੇ 4 ਉਹਦੀ ਆਊਟਪੁੱਟ ਆ ਗਈ ਤੇ ਉਸ ਆਊਟਪੁੱਟ ਨੂੰ ਸਟੋਰ ਕਿੱਥੇ ਕਰੂਗਾ? ਉਹ ਸਟੋਰੇਜ ਦੇ ਵਿੱਚ। ਠੀਕ ਹੈ। ਇਨਪੁਟ ਕਿੱਥੇ ਕਰੂ? ਪ੍ਰੋਸੈਸ ਕਰੂਗੀ। ਉਹ ਤੋਂ ਬਾਅਦ ਆਊਟਪੁੱਟ ਜਾਊਗੀ ਤੇ ਆਊਟਪੁੱਟ ਕਿੱਥੇ ਸਟੋਰ ਹੋਊਗੀ ਜੀ? ਸਟੋਰੇਜ ਦੇ ਵਿੱਚ ਸਟੋਰ ਹੋਊਗੀ। ਅੱਜ ਦਾ ਇੰਟਰੋਡਕਸ਼ਨ ਲੈਕਚਰ ਰਹੂਗਾ। ਇਹ ਲੈਕਚਰ ਥੋੜਾ ਜਿਹਾ ਲੈਂਥੀ ਹੋ ਸਕਦਾ ਹੈ, ਥੋੜਾ ਜਿਹਾ ਬਰੀਫਿੰਗ ਮੈਂ ਕਰਾਉਂਗਾ ਜਿਵੇਂ ਕਿ ਮੈਮਰੀ ਬਾਰੇ। ਉਹ ਤੋਂ ਬਾਅਦ ਅਗਲੇ ਚੈਪਟਰ ਦੇ ਵਿੱਚ ਆਪਾਂ ਮੈਮਰੀ ਬਾਰੇ ਐਕਸਪਲੇਨ ਦੇ ਵਿੱਚ ਵੀ ਪੜਾਂਗੇ। ਠੀਕ ਹੈ ਜੀ। ਇੱਥੇ ਆਉਂਦਾ ਇਨਪੁਟ। ਇਨਪੁਟ ਕੀ ਹੁੰਦਾ ਜੀ? ਡਾਟਾ। ਤੇ ਆਊਟਪੁੱਟ ਕੀ ਹੁੰਦੀ ਹੈ? ਇਨਫੋਰਮੇਸ਼ਨ। ਇੱਥੇ ਇੱਕ ਬਹੁਤ ਛੋਟਾ ਜਿਹਾ ਫਰਕ ਹੈ। ਇੱਕ ਹੁੰਦਾ ਡਾਟਾ, ਇੱਕ ਹੁੰਦਾ ਇਨਫੋਰਮੇਸ਼ਨ। ਡਾਟਾ ਜਿਵੇਂ ਹੁਣ ਮੈਂ ਕਹਾਂ ਕਿ ਤੁਸੀਂ ਕੋਈ ਡਾਟਾ ਦੇਤਾ ਵੀ 2 5 6 9, ਇਹ ਕੀ ਹੈ? ਡਾਟਾ। ਜਾਂ ਇੱਥੇ 10 ਲਾ ਦਿਓ, ਇੱਥੇ 5 ਲਾ ਦਿਓ, 2 ਲਾ ਦਿਓ, ਜੋ ਵੀ ਹੈ। ਪਰ ਜੇ ਮੈਂ ਇਹਨੂੰ ਇੱਕ ਅਸੈਂਡਿੰਗ ਜਾਂ ਡਿਸੈਂਡਿੰਗ ਫਾਰਮ 'ਚ ਲਗਾ ਦਾਂ, ਜਿਵੇਂ ਪਹਿਲਾਂ 2 ਆਉਂਦਾ ਹੈ, ਪਹਿਲਾਂ 0 ਆਊਗਾ, ਫਿਰ 2 ਆਊਗਾ, ਫਿਰ 3 ਆਊਗਾ, ਫਿਰ 5 ਆਊਗਾ, ਫਿਰ 9, ਇਹਨੂੰ ਮੈंने ਇੱਕ ਐਡਜਸਟ ਕਰਤਾ ਨਾ, ਇਹਨੂੰ ਮੈंने ਇੱਕ ਸੀਕੁਐਂਸ ਦੇ ਵਿੱਚ ਲਗਾਤਾ, ਤਾਂ ਜੋ ਚੀਜ਼ ਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਮਿਲੇ ਉਹਨੂੰ ਆਪਾਂ ਕੀ ਕਹਿੰਦੇ ਆ? ਇਨਫੋਰਮੇਸ਼ਨ। ਕੁੱਲ ਮਿਲਾ ਕੇ ਗੱਲ ਕੀ ਹੈ? ਕੰਪਿਊਟਰ ਪ੍ਰੋਸੈਸਰ ਤੱਕ ਕੀ ਪਹੁੰਚਾਉਂਦਾ? ਡਾਟਾ। ਪ੍ਰੋਸੈਸਰ ਵਾਪਸ ਕੀ ਦਿੰਦਾ ਆਪਾਂ ਨੂੰ? ਯੂਜ਼ਰ ਨੂੰ ਆਊਟਪੁੱਟ ਜਾਂ ਆਪਣੇ ਕੋਲੇ ਇਨਫੋਰਮੇਸ਼ਨ। ਠੀਕ ਹੈ। ਸੋ ਕੰਪਿਊਟਰ ਇਜ਼ ਇਨਪੁਟ ਇਜ਼ ਦਾ ਰॉ ਇਨਫੋਰਮੇਸ਼ਨ। ਰॉ ਦਾ ਮਤਲਬ ਹੈ ਕੱਚੀ ਇਨਫੋਰਮੇਸ਼ਨ ਐਂਟਰਡ ਇਨਟੂ ਅ ਕੰਪਿਊਟਰ ਫਰੋਮ ਦਾ ਇਨਪੁਟ ਡਿਵਾਈਸ, ਜਿਹੜੀ ਇਨਪੁਟ ਡਿਵਾਈਸ ਤੋਂ ਆਪਾਂ ਕੰਪਿਊਟਰ ਨੂੰ ਦਿੰਦੇ ਆ। ਤੇ ਇਹਨੂੰ ਆਪਾਂ ਕਲੈਕਸ਼ਨ ਆਫ ਲੈਟਰਸ, ਨੰਬਰਸ, ਇਮੇजेस ਕੁਝ ਵੀ ਕਹਿ ਸਕਦੇ ਆ। ਠੀਕ ਹੈ। ਤੁਹਾਨੂੰ ਦੇਖਿਆ ਹੋਊਗਾ ਜਿਵੇਂ ਮੰਨ ਲਓ ਵੱਖ-ਵੱਖ ਫੋਟੋਆਂ ਲਗਾਤੀਆਂ, ਉਹਨੂੰ ਸਿੰਪਲ ਫੋਟੋ ਦਾ ਕੋਈ ਮਤਲਬ ਨਹੀਂ ਬਣਦਾ, ਪਰ ਆਪਾਂ ਜਦੋਂ ਉਹਨੂੰ ਸੀਕੁਐਂਸ ਦੇ ਵਿੱਚ ਲਗਾ ਦਿੰਦੇ ਆ ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਇਨਫੋਰਮੇਸ਼ਨ ਕਹਿ ਦਿੰਦੇ ਆ। ਠੀਕ ਹੈ ਜੀ। ਪ੍ਰੋਸੈਸ ਕੀ ਹੁੰਦਾ? ਪ੍ਰੋਸੈਸ ਇਜ਼ ਦਾ ਆਪਰੇਸ਼ਨ ਆਫ ਡਾਟਾ ਐਜ਼ ਪਰ ਗਿਵਨ ਇੰਸਟਰਕਸ਼ਨ। ਜਦੋਂ ਮੰਨ ਲਓ ਆ 2 ਹੈ, ਆ 2 ਹੈ, ਮੈਨੇ ਇਹਦਾ ਪ੍ਰੋਸੈਸ ਕਰਵਾਉਣਾ। ਹੁਣ ਇਹਦਾ ਗੁਣਾ ਦਾ ਵੀ ਹੋ ਸਕਦਾ ਹੈ, ਪਲੱਸ ਦਾ ਵੀ ਹੋ ਸਕਦਾ, ਡਿਵਾਈਡ ਦਾ ਵੀ ਹੋ ਸਕਦਾ। ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਪ੍ਰੋਸੈਸ ਕਹਿੰਦੇ ਆ। ਵੀ ਆਪਾਂ ਨੇ ਡਾਟਾ ਦੇ ਉੱਤੇ ਕਿਹੜਾ ਪ੍ਰੋਸੈਸ ਲਗਾਉਣਾ। ਠੀਕ ਹੈ। ਇਹ ਇੱਕ ਇੰਟਰਨਲ ਪ੍ਰੋਸੈਸ ਹੁੰਦਾ, ਮਤਲਬ ਬਾਹਰੋਂ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ, ਇਹ ਸਿਰਫ ਅੰਦਰੋਂ ਅੰਦਰੋਂ ਹੁੰਦਾ। ਠੀਕ ਹੈ ਜੀ। ਅੱਗੇ ਆ ਆਊਟਪੁੱਟ। ਆਊਟਪੁੱਟ ਕੀ ਕਰਦੀ ਹੈ? ਜਦੋਂ ਕੋਈ ਵੀ ਪ੍ਰੋਸੈਸ ਹੋ ਗਿਆ ਡਾਟਾ 'ਚ, ਮੰਨ ਲਓ 2 ਨਹੀਂ ਸੀਗਾ ਤਾਂ ਇਹ 4 ਬਣ ਗਿਆ। 4 ਆਪਣੇ ਕੋਲੇ ਕੀ ਹੁੰਦੀ ਹੈ ਜੀ? ਇਨਫੋਰਮੇਸ਼ਨ ਹੁੰਦੀ ਹੈ ਗਿਵਨ ਬਾਈ ਦਾ ਕੰਪਿਊਟਰ ਆਫਟਰ ਦ ਪ੍ਰੋਸੈਸਿੰਗ ਤੋਂ ਬਾਅਦ ਇਹ ਚੀਜ਼ ਆਉਂਦੀ ਹੈ। ਤੇ ਆਊਟਪੁੱਟ ਨੂੰ ਆਪਾਂ ਕੀ ਕਹਿੰਦੇ ਆ? ਰਿਜ਼ਲਟ ਵੀ ਕਹਿ ਦਿੰਦੇ ਆ। ਪੇਪਰ 'ਚ ਆਊਗਾ ਇਨਪੁਟ ਕੀ ਹੁੰਦੀ ਹੈ? ਡਾਟਾ। ਤੇ ਆਊਟਪੁੱਟ ਕੀ ਹੁੰਦੀ ਹੈ? ਇਨਫੋਰਮੇਸ਼ਨ। ਇਨਪੁਟ ਡਾਟਾ ਹੁੰਦੀ ਹੈ, ਆਊਟਪੁੱਟ ਇਨਫੋਰਮੇਸ਼ਨ ਹੁੰਦੀ ਹੈ। ਉਹ ਤੋਂ ਬਾਅਦ ਆਪਾਂ ਉਹਨੂੰ ਸੇਵ ਕਿੱਥੇ ਕਰ ਦਿੰਦੇ ਆ? ਸਟੋਰੇਜ ਡਿਵਾਈਸਿਸ ਦੇ ਵਿੱਚ ਸੇਵ ਕਰਨਾ। ਸਟੋਰੇਜ ਡਿਵਾਈਸ ਦਾ ਮਤਲਬ ਫਲੋਪੀ ਡਿਸਕ ਹੋ ਗਈ, ਹਾਰਡ ਡਿਸਕ, ਪੈਨ ਡਰਾਈਵ, ਰੈਮ, ਰੋਮ, ਜਾਂ ਜਿਹਦੇ ਵਿੱਚ ਵੀ ਆਪਾਂ ਸੇਵ ਕਰਨਾ ਹੋਵੇ। ਠੀਕ ਹੈ ਜੀ।
ਕੰਪਿਊਟਰ ਦੀ ਇੱਕ ਡੈਫੀਨੇਸ਼ਨ ਇਹ ਵੀ ਹੁੰਦੀ ਹੈ ਕਿ ਇਹ ਇੱਕ ਹਾਰਡਵੇਅਰ ਤੇ ਸੌਫਟਵੇਅਰ ਦਾ ਕੀ ਹੁੰਦਾ ਜੀ, ਕੰਬੀਨੇਸ਼ਨ ਹੁੰਦਾ ਹੈ। ਹਾਰਡਵੇਅਰ ਕੀ ਹੁੰਦਾ ਹੈ, ਇਟ ਕੰਸਿਸਟ ਆਫ ਫਿਜ਼ੀਕਲ ਡਿਵਾਈਸਿਸ, ਫਿਜ਼ੀਕਲ ਮਤਲਬ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ, ਇਹਦਾ ਨਾਮ ਇੱਕ ਹੁੰਦਾ ਟੈਂਜੀਬਲ। ਇਹ ਟੈਂਜੀਬਲ ਹੁੰਦੇ ਨੇ, ਟੈਂਜੀਬਲ ਦਾ ਮਤਲਬ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ। ਤਾਂ ਹਾਰਡਵੇਅਰ ਉਹ ਹੁੰਦਾ ਹੈ ਜਿਹੜੇ ਆਪਾਂ ਟੈਂਜੀਬਲ ਹੁੰਦੇ ਨੇ। ਦ ਡਿਵਾਈਸਿਸ ਆਰ ਰਿਕੁਆਇਰਡ ਫॉर ਇਨਪੁਟ, ਆਊਟਪੁੱਟ, ਸਟੋਰੇਜ ਤੇ ਪ੍ਰੋਸੈਸਿੰਗ ਦੀ। ਜਿਵੇਂ ਪ੍ਰੋਸੈਸਿੰਗ ਲਈ ਤੁਹਾਨੂੰ ਪਤਾ CPU ਹੁੰਦਾ, CPU ਨੂੰ ਹੱਥ ਲਾ ਸਕਦੇ ਹੋ। ਇਨਪੁਟ ਲਈ ਕੀਬੋਰਡ ਹੁੰਦਾ, ਆ ਦੇਖੋ CPU ਹੋ ਗਿਆ, ਸਕਰੀਨ ਹੋ ਗਈ, ਠੀਕ ਹੈ। ਇਹ ਸਾਰੇ ਕੀ ਨੇ ਆਪਣੇ ਕੋਲੇ ਹਾਰਡਵੇਅਰ ਨੇ, ਪ੍ਰਿੰਟਰ ਹੋ ਗਿਆ, ਕੀਬੋਰਡ ਹੋ ਗਿਆ, ਇਹ ਸਾਰੇ ਹਾਰਡਵੇਅਰ ਨੇ ਜਿਹਨਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ। ਕੀਬੋਰਡ ਆ ਦੇਖੋ ਲਿਖਿਆ ਹੈ, ਕੀਬੋਰਡ, ਮੋਨੀਟਰ, ਹਾਰਡ ਡਿਸਕ, ਇਹ ਸਾਰੇ ਕੀ ਨੇ ਆਪਣੇ ਕੋਲੇ ਜੀ, ਹਾਰਡਵੇਅਰ ਦੀਆਂ ਕਿਸਮਾਂ ਨੇ ਜਿਹਨੂੰ ਆਪਾਂ ਟੱਚ ਕਰ ਸਕਦੇ ਤੇ ਇਹਦਾ ਨਾਮ ਕੀ ਹੁੰਦਾ ਹੈ, ਟੈਂਜੀਬਲ। ਹਾਰਡਵੇਅਰ ਕੀ ਹੁੰਦੇ ਨੇ ਜੀ, ਟੈਂਜੀਬਲ ਹੁੰਦੇ ਨੇ, ਕਦੇ ਕਦੇ ਸਿੱਧਾ ਸ਼ਬਦ ਆਉਂਦਾ ਹੈ। ਸੌਫਟਵੇਅਰ ਕੀ ਹੁੰਦਾ, ਇਹ ਸੈੱਟ ਆਫ ਇੰਸਟਰਕਸ਼ਨਸ ਹੁੰਦੇ ਨੇ, ਇਹਨੂੰ ਆਪਾਂ ਟੱਚ ਨਹੀਂ ਕਰ ਸਕਦੇ ਤੇ ਇਹਨੂੰ ਆਪਾਂ ਕੀ ਕਹਿੰਦੇ ਆ, ਇਨਟੈਂਜੀਬਲ। ਟੈਂਜੀਬਲ ਜਿਹਨੂੰ ਆਪਾਂ ਟੱਚ ਨਹੀਂ ਕਰ ਸਕਦੇ ਉਹਨੂੰ ਆਪਾਂ ਕੀ ਕਹਿੰਦੇ ਆ, ਇਨਟੈਂਜੀਬਲ। ਸੈਟ ਆਫ ਇੰਸਟਰਕਸ਼ਨ ਦੈਟ ਟੈਲਸ ਦਾ ਕੰਪਿਊਟਰ ਅਬਾਊਟ ਦਾ ਟਾਸਕ, ਇਹ ਟਾਸਕ ਬਾਰੇ ਦੱਸਦਾ। ਜਿਵੇਂ ਗਾਣਾ ਚਲਾਉਣਾ ਹੈ ਉਹਦੇ ਲਈ ਇੱਕ ਅਲੱਗ ਸੌਫਟਵੇਅਰ ਹੋਊਗਾ, ਪੇਂਟ ਕਰਨਾ ਉਹਦੇ ਲਈ ਇੱਕ ਅਲੱਗ ਸੌਫਟਵੇਅਰ ਹੋਊਗਾ। ਟੂ ਬੀ ਪਰਫਾਰਮ ਐਂਡ ਹਾਊ ਥੀਸ ਟਾਸਕ ਆਰ ਟੂ ਬੀ ਪਰਫਾਰਮ, ਕਿਹੜਾ ਟਾਸਕ ਪਰਫਾਰਮ ਕਰਨਾ, ਮਤਲਬ ਕਿਹੜਾ ਕੰਮ ਪਰਫਾਰਮ ਕਰਨਾ ਹੈ ਤੇ ਕਿਵੇਂ ਪਰਫਾਰਮ ਕਰਨਾ ਹੈ, ਇਹ ਸਾਰੇ ਬਾਰੇ ਕੌਣ ਦੱਸਦਾ, ਪ੍ਰੋਗਰਾਮ ਦੱਸਦਾ। ਪ੍ਰੋਗਰਾਮ ਇਜ਼ ਸੈਟ ਆਫ ਇੰਸਟਰਕਸ਼ਨ, ਪੇਪਰ ਦਾ ਅਗਲਾ ਮੋਸਟ ਇੰਪੋਰਟੈਂਟ ਕੁਐਸਚਨ ਕਿ ਪ੍ਰੋਗਰਾਮ ਕੀ ਹੁੰਦਾ, ਸੈਟ ਆਫ ਇੰਸਟਰਕਸ਼ਨਸ ਹੁੰਦਾ ਹੈ ਤੇ ਕਿਹਦੇ ਵਿੱਚ ਲਿਖਿਆ ਜਾਂਦਾ, ਇਹ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਲਿਖਿਆ ਜਾਂਦਾ। ਤੁਹਾਨੂੰ ਸੁਣਿਆ ਹੋਊਗਾ ਸੀ ਲੈਂਗੁਏਜ, C++, ਜਾਵਾ, ਪਾਈਥਨ, ਇਹ ਸਾਰੀਆਂ ਕੀ ਨੇ, ਪ੍ਰੋਗਰਾਮਿੰਗ ਲੈਂਗੁਏजेस ਨੇ ਜਿਹੜੀਆਂ ਕੀ ਕੰਪਿਊਟਰ ਅੰਡਰਸਟੈਂਡ ਕਰਦਾ ਹੈ ਟੂ ਪਰਫਾਰਮ ਅ ਸਪੈਸੀਫਿਕ ਟਾਸਕ। ਸਪੈਸੀਫਿਕ ਦਾ ਮਤਲਬ ਕੀ ਹੈ, ਜਿਵੇਂ ਜੇ ਕੋਈ ਤੁਹਾਨੇ ਮਿਊਜ਼ਿਕ ਲਈ ਐਪ ਬਣਾਈ ਆ, ਮਤਲਬ ਸੌਫਟਵੇਅਰ ਬਣਾਇਆ, ਉਹ ਸਿਰਫ ਮਿਊਜ਼ਿਕ ਹੀ ਚਲਾਊਗਾ, ਉਹ ਪੇਂਟ ਨਹੀਂ ਕਰੂਗਾ। ਸਪੈਸੀਫਿਕ ਦਾ ਮਤਲਬ ਸਿੰਗਲ ਟਾਸਕ, ਠੀਕ ਹੈ ਜੀ। ਅ ਸੈਟ ਆਫ ਪ੍ਰੋਗਰਾਮ ਕਲੈਕਟਿਵਲੀ ਕਾਲਡ ਸੌਫਟਵੇਅਰ। ਹੁਣ ਸੈਟ ਆਫ ਪ੍ਰੋਗਰਾਮ ਦਾ ਮਤਲਬ ਕੀ ਹੈ, ਹੁਣ ਮੰਨ ਲਓ ਇੱਕ ਪੇਂਟ ਦਾ ਸੌਫਟਵੇਅਰ ਹੈ, ਉਹਦੇ ਵਿੱਚ ਕਈ ਚੀਜ਼ਾਂ ਹੋਣਗੀਆਂ, ਪੇਂਟ ਲਈ ਕੋਈ ਹੋਰ ਚੀਜ਼ ਹੋਊਗੀ, ਡਰਾਇੰਗ ਲਈ ਕੋਈ ਹੋਰ ਚੀਜ਼ ਹੋਊਗੀ, ਰੰਗ ਫਿਲ ਕਰਨ ਲਈ ਕੋਈ ਹੋਰ ਚੀਜ਼ ਹੋਊਗੀ, ਉਹ ਸਾਰਿਆਂ ਨੂੰ ਹੀ ਇਕੱਠਾ ਕਰਕੇ ਆਪਾਂ ਕੀ ਕਹਿ ਦਿੰਦੇ ਆ, ਇੱਕ ਸੌਫਟਵੇਅਰ ਕਹਿ ਦਿੰਦੇ ਆ, ਠੀਕ ਹੈ ਜੀ। ਡਿਫਰੈਂਟ ਸੌਫਟਵੇਅਰ ਕੈਨ ਬੀ ਲੋਡਡ ਔਨ ਦ ਸੇਮ ਹਾਰਡਵੇਅਰ ਪਰਫਾਰਮ ਡਿਫਰੈਂਟ ਕਾਈਂਡ ਆਫ ਟਾਸਕ। ਹੁਣ ਮਤਲਬ ਇੱਕ ਮੋਬਾਈਲ ਹੈ, ਇੱਕ ਮੋਬਾਈਲ ਹਾਰਡਵੇਅਰ ਹੈ, ਉਹਦੇ ਵਿੱਚ ਆਪਾਂ ਡਿਫਰੈਂਟ ਟਾਈਪ ਦੇ ਸੌਫਟਵੇਅਰ ਪਾ ਦਿੰਦੇ ਆ, ਗਾਣੇ ਲਈ ਅਲੱਗ ਪਾ ਦਿੰਦੇ ਆ, MS ਵਰਡ ਦਾ ਅਲੱਗ ਪਾ ਦਿੰਦੇ ਆ, ਤਾਂ ਕਿ ਉਹ ਸਾਰੇ ਕੀ ਕਰ ਸਕੇ, ਕੰਮ ਕਰ ਸਕੇ, ਉਹਨੂੰ ਆਪਾਂ ਕੀ ਕਹਿੰਦੇ ਆ ਜੀ, ਸੌਫਟਵੇਅਰ, ਠੀਕ ਹੈ ਜੀ। ਅੱਗੇ ਡਾਟਾ ਕੀ ਹੁੰਦਾ ਹੈ, ਡਾਟਾ ਜਾਂ ਡਾਟਾ ਕਹਿੰਦੇ ਨੇ ਉਹਨੂੰ, ਇਜ਼ ਅ ਵੈਲਿਊ ਆਫ ਰॉ ਫੈਕਟਸ। ਰॉ ਫੈਕਟਸ ਤੁਹਾਨੂੰ ਦੱਸਿਆ, ਜਦੋਂ ਆਪਾਂ ਇਨਪੁਟ ਡਿਵਾਈਸ ਦੇ ਨਾਲ ਕੋਈ ਵੀ ਕੰਪਿਊਟਰ ਦੇ ਵਿੱਚ ਚੀਜ਼ ਦਿੰਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ, ਡਾਟਾ। ਵਿਚ ਦੈਮਸੈਲਵ ਹੈਵ ਨੋ ਸਿਗਨੀਫੀਕੈਂਸ, ਮਤਲਬ ਇਹਦੀ ਕੋਈ ਵੀ ਵੈਲਿਊ ਨਹੀਂ ਹੁੰਦੀ, ਕੋਈ ਮਤਲਬ ਨਹੀਂ ਹੁੰਦਾ। ਫੋਰ ਐਗਜ਼ਾਮਪਲ ਡਾਟਾ ਜਿਵੇਂ ਕਿ 29 ਜਨਵਰੀ ਤੇ 1994, ਇਹ ਕੋਈ ਵੀ ਡਾਟਾ ਹੈ, ਇਹ ਇੱਕ ਡਾਟਾ ਹੈ, ਇਹਦਾ ਮਤਲਬ ਕੋਈ ਨਹੀਂ। ਪਰ ਜੇ ਡਾਟਾ ਇਜ਼ ਪ੍ਰੋਵਾਈਡਡ ਐਜ਼ ਦ ਇਨਪੁਟ ਟੂ ਕੰਪਿਊਟਰ, ਜਿਹੜਾ ਇਹ ਡਾਟਾ ਜਦੋਂ ਕੰਪਿਊਟਰ ਤੱਕ ਜਾਊਗਾ, ਵਿਚ ਇਜ਼ ਪ੍ਰੋਸੈਸਡ ਟੂ ਜਨਰੇਟ ਸਮ ਮੀਨਿੰਗਫੁਲ ਇਨਫੋਰਮੇਸ਼ਨ, ਜਿਸ ਤੋਂ ਬਾਅਦ ਇਹ ਕੀ ਬਣੂਗਾ, ਕੁਝ ਨਾ ਕੁਝ ਮੀਨਿੰਗਫੁਲ ਇਨਫੋਰਮੇਸ਼ਨ ਬਣੂ। ਜਿਵੇਂ ਕਿ ਜੇ ਮੈਂ ਕਹਾ 29 ਜਨਵਰੀ 1994 is processed by the computer to give a date of birth, ਜੇ ਮੈਂ ਇਹਨੂੰ ਕਹਿਦਾ ਇਸ ਤਰੀਕੇ ਨਾਲ ਲਗਾ ਦਾਂ ਤਾਂ ਇਹ ਕੀ ਬਣ ਗਈ, ਇੱਕ ਕਿਸੇ ਦੀ ਡੇਟ ਆਫ ਬਰਥ ਬਣ ਗਈ। ਜਾਂ ਇਹਦੇ ਮੂਰੇ ਮੈਂ ਲਿਖਦਾ ਵੀ ਇਹ ਇੱਕ ਡੇਟ ਆਫ ਬਰਥ, ਤਾਂ ਆਪਾਂ ਨੂੰ ਇਨਫੋਰਮੇਸ਼ਨ ਮਿਲ ਜੂਗੀ ਵੀ ਇਹ ਕੀ ਹੈ, ਇੱਕ ਡੇਟ ਆਫ ਬਰਥ ਹੈ। ਪੇਪਰ 'ਚ ਆਊਗਾ ਡੇਟਾ ਕੀ ਹੁੰਦਾ ਹੈ, ਜੋ ਆਪਾਂ ਇਨਪੁਟ ਦਿੰਦੇ ਆ IP ਨਾਲ ਡਿਨੋਟ ਕਰਦੇ ਆ, ਇਹ ਡੇਟਾ ਹੁੰਦਾ ਹੈ। ਜੋ ਆਪਾਂ ਆਊਟਪੁੱਟ ਦਿੰਦੇ ਆ ਇਹ ਇਨਫੋਰਮੇਸ਼ਨ ਹੁੰਦੀ ਹੈ, ਠੀਕ ਹੈ ਜੀ। ਯੂਜ਼ਰ ਕੀ ਹੁੰਦਾ ਹੈ, ਯੂਜ਼ਰ ਹੁੰਦਾ ਹੈ ਜਿਹੜਾ ਬੰਦਾ ਯੂਜ਼ ਕਰ ਰਿਹਾ, ਜਿਵੇਂ ਮੈਂ ਯੂਜ਼ ਕਰ ਰਿਹਾ ਕੰਪਿਊਟਰ, ਤੁਸੀਂ ਯੂਜ਼ ਕਰ ਰਹੇ ਹੋ, ਇਹ ਕੀ ਹੈ, ਯੂਜ਼ਰ। ਯੂਜ਼ਰ ਆਰ ਪੀਪਲ ਹੂ ਰਾਈਟ ਪ੍ਰੋਗਰਾਮ ਔਰ ਇੰਟਰੈਕਟ ਵਿਦ ਦਾ ਕੰਪਿਊਟਰ, ਮਤਲਬ ਜਿਹੜੇ ਪ੍ਰੋਗਰਾਮ ਲਿਖਦੇ ਨੇ, ਪ੍ਰੋਗਰਾਮਰ ਕਹਿੰਦੇ ਆਪਾਂ, ਉਹ ਵੀ ਯੂਜ਼ਰ ਹੁੰਦਾ ਹੈ। ਤੇ ਜਿਹੜਾ ਇੰਟਰੈਕਟ ਕਰ ਰਿਹਾ ਕੰਪਿਊਟਰ ਦੇ ਨਾਲ, ਜਿਵੇਂ ਮੈਂ ਕੰਪਿਊਟਰ ਤੇ ਕੰਮ ਕਰ ਰਿਹਾ, ਇਹ ਵੀ ਕੀ ਹੈ, ਇੱਕ ਯੂਜ਼ਰ ਹੈ। ਦੇ ਆਰ ਆਲਸੋ ਨੋਨ ਐਜ਼, ਇਹਨਾਂ ਨੂੰ ਹੋਰ ਕੀ ਕੀ ਕਿਹਾ ਜਾਂਦਾ, ਪੇਪਰ 'ਚ ਆਉਂਦਾ, ਸਕਿਨ ਵੇਅਰ ਵੀ ਇਹੀ ਹੁੰਦੇ ਨੇ, ਲਾਈਵ ਵੇਅਰ ਵੀ ਇਹੀ ਹੁੰਦੇ ਨੇ, ਹਿਊਮਨ ਵੇਅਰ ਵੀ ਇਹੀ ਹੁੰਦੇ ਨੇ, ਪੀਪਲ ਵੇਅਰ ਵੀ ਇਹੀ ਹੁੰਦੇ ਨੇ, ਪ੍ਰੋਗਰਾਮਰ ਵੀ ਇਹੀ ਹੁੰਦੇ ਨੇ, ਡਾਟਾ ਐਂਟਰੀ ਆਪਰੇਟਰ ਵੀ ਇਹੀ ਹੁੰਦੇ ਨੇ, ਸਿਸਟਮ ਐਨਾਲਿਸਟ ਵੀ ਇਹੀ ਹੁੰਦੇ ਨੇ, ਤੇ ਕੰਪਿਊਟਰ ਹਾਰਡਵੇਅਰ ਇੰਜੀਨੀਅਰ ਵੀ ਇਹੀ ਹੁੰਦੇ ਨੇ। ਸਾਰੇ ਕੀ ਹੁੰਦੇ ਨੇ, ਆਪਣੇ ਕੋਲੇ ਯੂਜ਼ਰ ਹੁੰਦੇ ਨੇ ਜੋ ਕੰਪਿਊਟਰ ਤੋਂ ਕੰਮ ਲੈਂਦੇ ਨੇ, ਠੀਕ ਹੈ ਜੀ। ਹੁਣ ਕੰਪੋਨੈਂਟ ਕੀ ਨੇ ਕੰਪਿਊਟਰ ਹਾਰਡਵੇਅਰ ਦੇ, ਤੁਹਾਨੂੰ ਪਤਾ ਹੈ, ਇੱਕ ਤਾਂ ਇਨਪੁਟ ਆਊਟਪੁੱਟ ਡਿਵਾਈਸਿਸ, ਉਹਦੇ ਬਾਅਦ CPU ਜਿਹਨੂੰ ਆਪਾਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਕਹਿੰਦੇ ਆ, ਤੇ ਤੀਜਾ ਕੀ ਹੁੰਦਾ ਹੈ, ਮੈਮਰੀ ਯੂਨਿਟ। ਸਭ ਤੋਂ ਪਹਿਲਾਂ ਆਪਾਂ ਆਉਂਦੇ ਆ ਇਨਪੁਟ ਆਊਟਪੁੱਟ ਯੂਨਿਟ ਦੇ ਉੱਤੇ। ਕੀ ਹੁੰਦਾ ਹੈ, ਦ ਯੂਜ਼ਰ ਇੰਟਰੈਕਟ ਵਿਦ ਦਾ ਕੰਪਿਊਟਰ ਵਾਇਆ ਇਨਪੁਟ ਆਊਟਪੁੱਟ ਡਿਵਾਈਸ। ਹੁਣ ਮੰਨ ਲਓ ਕੰਪਿਊਟਰ ਇੱਥੇ CPU ਨੂੰ ਕਿਹਾ ਗਿਆ, ਤਾਂ ਜੇ ਆਪਾਂ ਨੇ ਕੰਪਿਊਟਰ ਦੇ ਵਿੱਚ ਕੁਝ ਭਰਨਾ, ਆਪਾਂ ਇਨਪੁਟ ਡਿਵਾਈਸ ਯੂਜ਼ ਕਰਦੇ ਆ, ਕੰਪਿਊਟਰ ਤੋਂ ਕੁਝ ਲੈਣਾ ਆਪਾਂ ਆਊਟਪੁੱਟ ਡਿਵਾਈਸ ਯੂਜ਼ ਕਰਦੇ ਆ, ਠੀਕ ਹੈ। ਆਪਾਂ ਤਾਂ ਇੰਟਰੈਕਟ ਦਾ ਮਤਲਬ ਜਾਣ ਪਛਾਣ ਕਰਦੇ ਆ, ਠੀਕ ਹੈ। ਦ ਇਨਪੁਟ ਯੂਨਿਟ ਐਕਸੈਪਟ ਡਾਟਾ ਫਰੋਮ ਦ ਯੂਜ਼ਰ ਐਂਡ ਦ ਆਊਟਪੁੱਟ ਪ੍ਰੋਵਾਈਡ ਦ ਪ੍ਰੋਸੈਸਡ ਡਾਟਾ। ਮਤਲਬ ਕੀ ਹੈ, ਜੋ ਇਨਪੁਟ ਡਿਵਾਈਸਿਸ ਨੇ ਉਹ ਡਾਟਾ ਦਿੰਦੀਆਂ ਨੇ ਕੰਪਿਊਟਰ ਨੂੰ, ਤੇ ਆਊਟਪੁੱਟ ਡਿਵਾਈਸਿਸ ਜਿਹੜਾ ਡਾਟਾ ਪ੍ਰੋਸੈਸ ਹੋ ਜਾਂਦਾ ਹੈ ਉਹ ਬਾਹਰ ਲੈ ਕੇ ਆਉਂਦੇ ਨੇ। ਜਿਵੇਂ ਕਿ ਦ ਇਨਫੋਰਮੇਸ਼ਨ ਟੂ ਦ ਯੂਜ਼ਰ, ਬਸ ਇਹ ਲੋੜ ਨਹੀਂ, the input unit convert the data accept from the user। ਉਹੀ ਗੱਲ ਦੁਬਾਰਾ ਕਿ ਜੋ input unit ਹੈ ਉਹ ਡਾਟਾ ਲੈਂਦੀ ਹੈ ਯੂਜ਼ਰ ਤੋਂ into form understandable by the computer, ਤੇ ਉਹਨੂੰ ਕਿਹਦੇ ਵਿੱਚ ਬਦਲਦੀ ਹੈ,
ਮੰਨ ਲਓ ਮੈਨੇ 2 ਦੱਬਿਆ ਬਾਹਰੋਂ 2 ਦੱਬਿਆ ਪਰ ਕੰਪਿਊਟਰ ਨੂੰ ਤਾਂ ਮਸ਼ੀਨ ਲੈਂਗੁਏਜ ਸਮਝ ਆਊਗੀ ਉਹਨੂੰ ਕਿਹਦੇ ਵਿੱਚ ਬਦਲਦੀ ਆ ਅੰਡਰਸਟੈਂਡੇਬਲ ਬਾय ਦਾ ਕੰਪਿਊਟਰ ਜੋ ਚੀਜ਼ ਕੰਪਿਊਟਰ ਸਮਝ ਸਕੇ ਸਿਮਿਲਰਲੀ ਦ ਆਊਟਪੁੱਟ ਯੂਨਿਟ ਪ੍ਰੋਵਾਈਡ ਦ ਆਊਟਪੁੱਟ ਇਨ ਅ ਫਾਰਮ ਦੈਟ ਅੰਡਰਸਟੈਂਡੇਬਲ ਬਾय ਦ ਯੂਜ਼ਰ ਜੋ ਇਨਪੁੱਟ ਡਿਵਾਈਸ ਹੈ ਉਹ ਜਦੋਂ ਇਨਪੁੱਟ ਦਊਗੀ ਕੰਪਿਊਟਰ ਨੂੰ ਤਾਂ ਉਹ ਉਸ ਭਾਸ਼ਾ 'ਚ ਦਊਗੀ ਜਿਹਦੇ ਵਿੱਚ ਕੰਪਿਊਟਰ ਸਮਝ ਸਕੇ ਜਿਹੜਾ ਆਊਟਪੁੱਟ ਦਊਗਾ ਆਊਟਪੁੱਟ ਸਿਸਟਮ ਜਿਹੜਾ ਹੈ ਉਹ ਆਪਾਂ ਨੂੰ ਉਹ ਆਊਟਪੁੱਟ ਦਊਗਾ ਜਿਹੜਾ ਕਿ ਯੂਜ਼ਰ ਜਾਂ ਨਾਰਮਲ ਬੰਦਾ ਸਮਝ ਸਕੇ ਦ ਇਨਪੁੱਟ ਇਜ਼ ਪ੍ਰੋਵਾਈਡਡ ਟੂ ਦ ਕੰਪਿਊਟਰ ਯੂਜ਼ਿੰਗ ਦ ਇਨਪੁੱਟ ਡਿਵਾਈਸ ਠੀਕ ਹੈ ਇਨਪੁੱਟ ਡਿਵਾਈਸ ਦੀ ਦਿੱਤੀ ਜਾਂਦੀ ਹੈ ਜਿਵੇਂ ਕਿ ਕੀਬੋਰਡ ਟਰੈਕਬੋਲ ਮਾਊਸ ਸਮ ਕਾਮਨਲੀ ਯੂਜ਼ਡ ਆਊਟਪੁੱਟ ਡਿਵਾਈਸਿਸ ਕਿਹੜੀਆਂ ਨੇ ਮੋਨੀਟਰ ਤੇ ਪ੍ਰਿੰਟਰ ਠੀਕ ਹੈ ਜੀ ਆ ਦੇਖੋ ਆ ਇਨਪੁੱਟ ਹੁੰਦਾ ਹੈ ਇਹ ਕੀ ਕਰਦਾ CPU ਤੱਕ ਲੈ ਕੇ ਜਾਂਦਾ ਹੈ CPU ਦੇ ਵਿੱਚ RAM ਹੁੰਦੀ ਹੈ ਜਿੱਥੇ ਸਾਰਾ ਪ੍ਰੋਸੈਸ ਹੁੰਦਾ ਹੈ ਕਿਉਂਕਿ CPU ਕੋਈ ਜਗ੍ਹਾ ਤੇ ਤਾਂ ਕਰੂਗਾ ਨਾ ਕੰਮ ਕਰ ਤਾਂ 2+2 ਕਿੱਥੇ ਹੋਊਗਾ RAM ਦੇ ਵਿੱਚ ਹੋਊਗਾ ਜਦੋਂ ਆ ਬਣ ਗਿਆ ਤਾਂ ਆਊਟਪੁੱਟ ਤੇ ਆਪਾਂ ਨੂੰ ਸ਼ੋਅ ਕਰ ਦੂ ਜੇ ਆਪਾਂ ਨੇ ਸੇਵ ਕਰਨਾ ਹੈ ਤਾਂ ਆਪਾਂ ਕਿੱਥੇ ਸੇਵ ਕਰਾਂਗੇ ਹਾਰਡ ਡਿਸਕ ਦੇ ਵਿੱਚ ਸੇਵ ਕਰ ਦਾਂਗੇ ਠੀਕ ਹੈ ਜੀ ਉਹ ਤੋਂ ਬਾਅਦ ਆਉਂਦੀ ਹੈ ਜੀ ਆਪਣੇ ਕੋਲੇ ਕੰਟਰੋਲ ਯੂਨਿਟ ਕੀ ਹੁੰਦਾ ਹੈ the control unit of a computer does not do any actual process of the data ਕੰਟਰੋਲ ਯੂਨਿਟ ਦਾ ਐਕਚੁਅਲ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਇਹਨੂੰ ਕੰਪਿਊਟਰ ਦਾ ਨਰਵ ਸਿਸਟਮ ਵੀ ਕਹਿੰਦੇ ਨੇ ਇਹਨੂੰ ਕੰਪਿਊਟਰ ਦਾ ਨਰਵ ਸਿਸਟਮ ਵੀ ਕਹਿੰਦੇ ਨੇ ਮਤਲਬ ਕਿ ਕੰਟਰੋਲ ਸਿਸਟਮ ਜਿਹੜਾ ਕੰਟਰੋਲ ਕਰਦਾ ਤੁਹਾਨੂੰ ਪਤਾ ਆਪਣਾ ਨਰਵ ਸਿਸਟਮ ਕੀ ਕਰਦਾ ਹੈ ਮੰਨ ਲਓ ਆਪਾਂ ਨੂੰ ਦਰਦ ਹੁੰਦਾ ਤਾਂ ਆਪਣੇ ਸਾਰੇ ਸਿਗਨਲ ਬ੍ਰੇਨ ਤੱਕ ਲੈ ਕੇ ਜਾਂਦਾ ਤਾਂ ਇਹ ਕੰਮ ਵੀ ਸਿਰਫ ਇਹੀ ਕਰਦਾ ਮੰਨ ਲਓ 1 2+2 ਹੈ 1 2 ਗੁਣਾ 2 ਹੈ 1 2 ਡਿਵਾਈਡ ਬਾਈ 2 ਹੈ ਤਾਂ ਇਹ ਕੰਪਿਊਟਰ ਨੂੰ ਐ ਦੱਸੋ ਪਹਿਲਾਂ ਆਹ ਕੰਮ ਕਰ ਫਿਰ ਆਹ ਕੰਮ ਕਰ ਫਿਰ ਆਹ ਕੰਮ ਕਰ ਇਹਦਾ ਕੰਮ ਸਿਰਫ ਕੀ ਹੈ ਸੀਕੁਐਂਸ ਦੇ ਵਿੱਚ ਲਗਾਉਣਾ ਦੇਖੋ ਇਟ ਆਰਗੇਨਾਈਜ਼ ਦਾ ਪ੍ਰੋਸੈਸਿੰਗ ਆਫ ਡਾਟਾ ਐਂਡ ਇੰਸਟਰਕਸ਼ਨਸ ਇਹ ਕੀ ਕਰਦਾ ਜੋ ਡਾਟਾ ਚੱਲ ਰਿਹਾ ਹੁੰਦਾ ਪ੍ਰੋਸੈਸ ਹੋ ਰਿਹਾ ਹੁੰਦਾ ਉਹਨੂੰ ਸਿਰਫ ਆਰਗੇਨਾਈਜ਼ ਕਰਦਾ ਪਹਿਲਾਂ ਕਿਹੜਾ ਹੋ ਬਾਅਦ ਦੇ ਵਿੱਚ ਕਿਹੜਾ ਹੋ ਇਟ ਐਕਟ ਐਜ਼ ਸੁਪਰਵਾਈਜ਼ਰ ਦਾ ਮਤਲਬ ਇਹਦਾ ਸਿਰਫ ਕੰਮ ਦੇਖ ਰੇਖਦਾ ਹੈ ਕੰਟਰੋਲ ਐਂਡ ਕੋਆਰਡੀਨੇਟ ਉਹੀ ਗੱਲਾਂ ਹੋ ਗਿਆ ਕਿ ਇਹਨੇ ਸਿਰਫ ਦੇਖ ਰੇਖ ਕਰਨੀ ਹੈ ਕਿਹੜਾ ਕਦੋਂ ਕੰਮ ਹੋ ਕਿਹੜਾ ਕਿਵੇਂ ਕੰਮ ਹੋ ਦ ਐਕਟੀਵਿਟੀ ਆਫ ਦਾ ਯੂਨਿਟਸ ਆਫ ਕੰਪਿਊਟਰ ਇਹ ਵੀ ਦੇਖਦਾ ਹੈ ਕੋਈ ਪ੍ਰਿੰਟਰ ਤੋਂ ਡਾਟਾ ਕਿਤੇ ਹੋਰ ਜਾ ਰਿਹਾ ਕੋਈ ਮਾਊਸ ਤੋਂ ਡਾਟਾ CPU ਤੱਕ ਜਾ ਰਿਹਾ ਕਿਵੇਂ ਜਾ ਰਿਹਾ ਕਿਉਂ ਜਾ ਰਿਹਾ ਠੀਕ ਹੈ ਕੰਟਰੋਲ ਯੂਨਿਟ CU ਦੀ ਫੁੱਲ ਫਾਰਮ ਹੁੰਦੀ ਹੈ ਕੰਟਰੋਲ ਯੂਨਿਟ ਇਹ ਪੇਪਰ ਦੇ ਵਿੱਚ ਆਈ ਹੋਈ ਹੈ ਠੀਕ ਹੈ ਕੰਟਰੋਲ ਯੂਨਿਟ ਕੋਆਰਡੀਨੇਟਸ ਦਾ ਇਨਪੁਟ ਐਂਡ ਦਾ ਆਊਟਪੁੱਟ ਡਿਵਾਈਸ ਠੀਕ ਹੈ ਇਨਪੁਟ ਡਿਵਾਈਸ ਤੇ ਆਊਟਪੁੱਟ ਡਿਵਾਈਸ ਦੇ ਵਿੱਚ ਤਾਲਮੇਲ ਬਿਠਾਉਂਦਾ ਹੈ of a computer it directs the computer to carry out stored program instruction by communicating with ALU and register ਜਿਵੇਂ ਕਿ ਤੁਹਾਨੂੰ ਪਤਾ ਹੈ CPU ਦੇ ਵਿੱਚ ਤਿੰਨ ਪਾਰਟ ਹੁੰਦੇ ਨੇ ਇੱਕ ਹੁੰਦਾ ALU ਇੱਕ ਹੁੰਦਾ CU ਇੱਕ ਹੁੰਦਾ ਮੇਨ ਮੈਮਰੀ ਠੀਕ ਹੈ ਜੀ ਤਾਂ ਇਹ ਕੀ ਕਰਦਾ ਹੈ CU ਇਹਦਾ ਕੰਮ ਹੈ ALU ਅਤੇ ਮੇਨ ਮੈਮਰੀ ਦੇ ਵਿੱਚ ਵੀ ਤਾਲਮੇਲ ਬਿਠਾ ਕੇ ਰੱਖਣ ਦਾ ਇੱਥੇ ਬਸ ਆਹੀ ਗੱਲ ਕਹੀ ਹੋਈ ਹੈ ਠੀਕ ਹੈ ਇਹਦੇ ਵਿੱਚ ਇੱਕ ਛੋਟਾ ਜਿਹਾ ਪਾਰਟ ਹੋਰ ਵੀ ਹੁੰਦਾ ਜਿਹਨੂੰ ਆਪਾਂ ਕੀ ਕਹਿੰਦੇ ਆ ਰਜਿਸਟਰਸ ਅੱਗੇ ਆਪਾਂ ਪੜਾਂਗੇ ਰਜਿਸਟਰ ਦੇ ਬਾਰੇ ਵੀ CU tell when fetch the data ਵੀ ਕਦੋਂ ਡਾਟਾ ਲੈ ਕੇ ਆਉਣਾ fetch ਦਾ ਮਤਲਬ ਲੈ ਕੇ ਆਉਣਾ ਐਂਡ ਇੰਸਟਰਕਸ਼ਨ what to do ਕੀ ਕਰਨਾ ਜਿਵੇਂ 2+2 ਕਰਨਾ 2 ਗੁਣਾ 2 ਕਰਨਾ ਕੀ ਹੈ ਐਂਡ ਵੇਅਰ ਟੂ ਸਟੋਰ ਦਾ ਰਿਜ਼ਲਟ ਡਾਟਾ ਸਟੋਰ ਕਿੱਥੇ ਕਰਨਾ ਹੈ ਪ੍ਰਾਇਮਰੀ ਮੈਮਰੀ 'ਚ ਕਰਨਾ ਹੈ ਸੈਕੰਡਰੀ ਮੈਮਰੀ 'ਚ ਕਰਨਾ ਹੈ ਕਿੰਨਾ ਕਰਨਾ ਹੈ ਕਿਵੇਂ ਤੁਹਾਨੂੰ ਕਦੇ ਦੇਖਿਆ ਹੋਊਗਾ ਜੋ ਡਾਟਾ ਸਟੋਰ ਕਰਦਾ ਉਹ ਕਹਿੰਦਾ ਨਾ ਮੈਮਰੀ ਫੁੱਲ ਹੋ ਗਈ ਤਾਂ ਉਹ ਸਾਰਾ ਕੁਝ ਕਿਹਨੇ ਧਿਆਨ ਦੇਣਾ ਹੁੰਦਾ ਕੰਟਰੋਲ ਯੂਨਿਟ ਨੇ ਧਿਆਨ ਦੇਣਾ ਸੀਕੁਐਂਸਿੰਗ ਆਫ ਦਾ ਇਵੈਂਟ ਡਿਊਰਿੰਗ ਦਾ ਪ੍ਰੋਸੈਸਰ ਸੀਕੁਐਂਸ ਦਾ ਮਤਲਬ ਕੀ ਹੈ ਹੁਣ ਮੰਨ ਲਓ ਤੁਸੀਂ ਦੋ ਕੰਮ ਕਰ ਰਹੇ ਹੋ ਗਾਣਾ ਚਲਾ ਰਹੇ ਹੋ ਇੱਕ ਪੇਂਟ ਚਲਾ ਰਹੇ ਹੋ ਤਾਂ ਪਹਿਲਾਂ ਗਾਣਾ ਚੱਲੂ ਕਿ ਪਹਿਲਾਂ ਪੇਂਟ ਚੱਲੂ ਕਿਹੜੀ ਚੀਜ਼ ਜ਼ਰੂਰੀ ਆ ਉਹ ਕੌਣ ਕਰੂਗਾ ਸਾਰਾ ਕੁਝ ਕੰਟਰੋਲ ਯੂਨਿਟ ਕਰੂਗਾ ਅੱਗੇ ਕੀ ਹੈ CPU ਹੈਜ਼ ਅ ਸੈਟ ਆਫ ਰਜਿਸਟਰਸ ਇਹਦੇ ਵਿੱਚ ਕੀ ਹੁੰਦੇ ਨੇ ਜੀ ਰਜਿਸਟਰਾਂ ਦਾ ਸੈੱਟ ਹੁੰਦਾ ਰਜਿਸਟਰ ਕੀ ਹੁੰਦਾ ਇੱਕ ਟੈਂਪਰੇਰੀ ਸਟੋਰੇਜ ਆਫ ਫॉर ਹੋ ਗਿਆ ਜੀ ਫॉर ਡਾਟਾ ਨੂੰ ਟੈਂਪਰੇਰੀ ਸਟੋਰ ਕਰਨ ਦੇ ਲਈ ਹੁੰਦਾ ਹੈ ਰਜਿਸਟਰ ਇਹਦਾ ਕੰਮ ਸਿਰਫ ਰਜਿਸਟਰ ਦਾ ਪੇਪਰ 'ਚ ਇਹ ਆਉਂਦਾ ਹੈ ਕਿ ਫਾਸਟੈਸਟ ਮੈਮਰੀ ਹੈ ਸਭ ਤੋਂ ਫਾਸਟੈਸਟ ਤੇ ਸਭ ਤੋਂ ਸਮਾਲੈਸਟ ਇਹਦੇ ਵਿੱਚ ਡਾਟਾ ਸਿਰਫ 1 ਬਿਟ ਸੇਵ ਹੁੰਦਾ ਤੁਹਾਨੂੰ ਪਤਾ ਹੋਊਗਾ ਡਾਟਾ ਦੀ ਸਭ ਤੋਂ ਸਮਾਲੈਸਟ ਯੂਨਿਟ ਕੀ ਹੈ ਬਿਟ ਹੈ ਤਾਂ ਇਹਦੇ ਵਿੱਚ 1 ਬਿਟ ਹੀ ਡਾਟਾ ਸੇਵ ਹੁੰਦਾ ਦੇਖੋ ਇਹ ਸੈਟ ਆਫ ਰਜਿਸਟਰ ਹੁੰਦਾ ਕੀ ਹੁੰਦਾ CPU ਇਹਦੇ ਵਿੱਚ ਟੈਂਪਰੇਰੀ ਸਟੋਰੇਜ ਹੁੰਦੀ ਹੈ ਕਿਹਦੇ ਲਈ ਡਾਟਾ ਦੇ ਲਈ ਇੰਸਟਰਕਸ਼ਨ ਦੇ ਲਈ ਐਡਰੈਸ ਦੇ ਲਈ ਤੇ ਇੰਟਰਮੀਡੀਏਟ ਰਿਜ਼ਲਟ ਆਫ ਕੈਲਕੂਲੇਸ਼ਨ ਦੇ ਮਤਲਬ ਜਦੋਂ ਕੈਲਕੂਲੇਸ਼ਨ ਹੋ ਰਹੀ ਹੈ ਤਾਂ ਉਹਦੇ ਵਿੱਚ ਜੇ ਕੋਈ ਰਿਜ਼ਲਟ ਸੇਵ ਕਰਨਾ ਤਾਂ ਆਪਾਂ ਇੱਥੇ ਕਰ ਸਕਦੇ ਹਾਂ ਠੀਕ ਹੈ ਜੀ CPU ਆਫ ਔਰ ਦਾ ਪ੍ਰੋਸੈਸਰ ਇਜ਼ ਆਲਸੋ ਆਫਨ ਕਾਲਡ CPU ਨੂੰ ਹੋਰ ਕੀ ਕਿਹਾ ਜਾਂਦਾ ਬ੍ਰੇਨ ਆਫ ਕੰਪਿਊਟਰ ਵੀ ਕਿਹਾ ਜਾਂਦਾ CPU ਨੂੰ ਬ੍ਰੇਨ ਆਫ ਕੰਪਿਊਟਰ ਵੀ ਆ ਦੇਖੋ ਆ ਇਨਪੁਟ ਆ ਆਊਟਪੁੱਟ ਤੇ ਆ ਸਾਰਾ ਮਿਲ ਕੇ ਕੀ ਬਣਾਉਂਦਾ ਆਪਣੇ ਕੋਲੇ CPU ਬਣਾਉਂਦਾ ਠੀਕ ਹੈ ਤੇ ਕਦੇ CPU ਦੇ ਵਿੱਚ ਮੈਮਰੀ ਯੂਨਿਟ ਆ ਜਾਂਦੀ ਹੈ ਤੇ ਕਦੇ ਪ੍ਰੋਸੈਸਰ ਕਹਿ ਦਿੰਦੇ ਆਪਾਂ ਠੀਕ ਹੈ ਕਿਸੇ ਕਿਤਾਬ 'ਚ ਤੁਹਾਨੂੰ ਪ੍ਰੋਸੈਸਰ ਤੇ CPU ਅਲੱਗ-ਅਲੱਗ ਮਿਲਦਾ ਕਿਸੇ 'ਚ ਸੇਮ ਹੀ ਕਹਿ ਦਿੰਦੇ ਨੇ ਠੀਕ ਹੈ ਮੇਨਲੀ ਪ੍ਰੋਸੈਸਰ ਜਿਹੜਾ ਹੁੰਦਾ ਉਹ ਇੰਨਾ ਹੁੰਦਾ ਕੰਟਰੋਲ ਯੂਨਿਟ ਤੇ ਅਰਥਮੈਟਿਕਲ ਯੂਨਿਟ ਤੇ ਆ ਸਾਰਿਆਂ ਨੂੰ ਆਪਾਂ CPU ਕਹਿ ਦਿੰਦੇ ਆ ਠੀਕ ਹੈ ਜੀ CPU ਐਗਜ਼ੀਕਿਊਟ ਦਾ ਸਟੋਰਡ ਪ੍ਰੋਗਰਾਮ ਇੰਸਟਰਕਸ਼ਨ ਇਹਦਾ ਮਤਲਬ ਕੀ ਹੈ ਜਿਹੜਾ ਸਾਰਾ ਕੰਮ ਕਰਦਾ ਕੌਣ ਹੈ ਇੰਸਟਰਕਸ਼ਨ ਜੋ ਮਤਲਬ ਕਹਿੰਦਾ ਹੈ ਵੀ ਆ ਕਰ ਉਹ ਕੰਟਰੋਲ ਯੂਨਿਟ ਕਹਿੰਦਾ ਪਰ ਅਸਲ ਦੇ ਵਿੱਚ ਕਰ ਕੌਣ ਰਿਹਾ ਹੁੰਦਾ CPU ਕਰ ਰਿਹਾ ਹੁੰਦਾ ਸਾਰੇ ਦੇ ਸਾਰੇ ਕੰਮ ਇਟ ਪਰਫਾਰਮ ਦਾ ਅਰਥਮੈਟਿਕ ਐਂਡ ਲੌਜੀਕਲ ਆਪਰੇਸ਼ਨ ਅਰਥਮੈਟਿਕ ਤੇ ਲੌਜੀਕਲ ਆਪਰੇਸ਼ਨ ਕੌਣ ਕਰ ਰਿਹਾ ਹੁੰਦਾ CPU ਦੇ ਵਿੱਚ ਵੀ ਜੋ ਐਕਚੁਅਲ ਦੇ ਵਿੱਚ ALU ਹੁੰਦਾ ਅਰਥਮੈਟਿਕਲ ਲੌਜੀਕਲ ਯੂਨਿਟ ਇਹ ਕਰ ਰਹੀ ਹੁੰਦੀ ਹੈ ਆਪਣੇ ਕੋਲੇ ਸਾਰੇ ਦੇ ਸਾਰੇ ਅਰਥਮੈਟਿਕ ਤੇ ਲੌਜੀਕਲ ਆਪਰੇਸ਼ਨ ਰਿਕੁਆਇਰਡ ਫॉर ਦਾ ਪ੍ਰੋਸੈਸਿੰਗ ਆਫ ਡਾਟਾ ਜੋ ਵੀ ਡਾਟਾ ਨੂੰ ਪ੍ਰੋਸੈਸ ਕਰਨ ਲਈ ਚਾਹੀਦਾ ਦੈਨ ਇਟ ਸੈਂਡ ਦਾ ਪ੍ਰੋਸੈਸਡ ਡਾਟਾ ਔਰ ਰਿਜ਼ਲਟ ਟੂ ਦਾ ਮੈਮਰੀ ਜਦੋਂ ਸਾਰਾ ਡਾਟਾ ਹੋ ਗਿਆ ਜਿਵੇਂ 2 ਗੁਣਾ 2 4 ਹੋ ਗਿਆ ਤਾਂ ਉਹ ਕਿੱਥੇ ਭੇਜ ਦਿੰਦਾ ਉਹਨੂੰ ਮੈਮਰੀ ਦੇ ਵਿੱਚ
द CPU इज फैब्रिकेटेड एज IC, मतलब ਜਿਹੜਾ CPU ਹੁੰਦਾ ਹੈ ਤੁਹਾਨੂੰ ਕਦੇ ਦੇਖਿਆ ਹੋਊਗਾ ਜੇ ਇੱਕ ਚਿਪ ਜੀ ਹੁੰਦੀ ਹੈ ਨਾਰਮਲੀ CPU, ਠੀਕ ਹੈ, ਇੱਕ ਚਿਪ ਜੀ ਹੁੰਦੀ ਹੈ ਐ ਜੀ ਜਿਹੜੀ ਕਿ ਫੈਬਰਿਕੇਟ ਹੁੰਦੀ ਹੈ, ਲੱਗੀ ਹੁੰਦੀ ਹੈ ਕਿੱਥੇ, ਮਦਰਬੋਰਡ ਦੇ ਵਿੱਚ, ਉਸੇ ਨੂੰ ਆਪਾਂ ਕੀ ਕਹਿ ਦਿੰਦੇ ਆ CPU ਜਾਂ ਪ੍ਰੋਸੈਸਰ ਵੀ ਜਾਂ ਮਾਈਕਰੋ ਪ੍ਰੋਸੈਸਰ ਵੀ ਆਪਾਂ ਉਹਨੂੰ ਹੀ ਕਹਿ ਦੇਣਾ। ਤੁਹਾਨੂੰ ਸੁਣਿਆ ਹੋਗਾ ਡਿਊਲ ਕੋਰ, ਕੁਆਡ ਕੋਰ, ਠੀਕ ਹੈ, ਇਹ ਸਾਰੇ ਔਕਟਾ ਕੋਰ, ਇਹ ਸਾਰੇ ਕੀ ਨੇ, ਪ੍ਰੋਸੈਸਰ ਨੇ। ਇੰਟੈਲ ਦੇ ਹੋ ਗਏ, i7 ਹੋ ਗਿਆ। ਪੇਪਰ ਚ ਆਉਂਦਾ ਹੈ ਸਭ ਤੋਂ ਪਹਿਲਾਂ ਕਿਹੜਾ ਸੀਗਾ, ਇੰਟੈਲ ਦਾ 4004 ਪਹਿਲਾ ਮਾਈਕਰੋ ਪ੍ਰੋਸੈਸਰ ਸੀ। ਦ ਮਾਈਕਰੋ ਪ੍ਰੋਸੈਸਰ ਪਲੱਗਡ ਇਨਟੂ ਦ ਮਦਰਬੋਰਡ ਫॉर द ਆਫ ਦ ਕੰਪਿਊਟਰ। ਇਹ ਕੰਪਿਊਟਰ ਦੇ ਕਿੱਥੇ ਲੱਗਿਆ ਹੁੰਦਾ ਜੀ, ਮਦਰਬੋਰਡ ਦੇ ਵਿੱਚ ਲੱਗਿਆ ਹੁੰਦਾ, ਗ੍ਰੀਨ ਬੋਰਡ ਹੁੰਦਾ। ਉਹਦੇ ਬਾਅਦ ਆ ਗਿਆ ALU। ALU ਕੀ ਹੁੰਦਾ ਜੀ, ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਕਿਹੜੀਆਂ ਕਿਹੜੀਆਂ, ਇੱਕ ਹੁੰਦਾ ਅਰਥਮੈਟਿਕ ਯੂਨਿਟ ਤੇ ਲੌਜੀਕਲ ਯੂਨਿਟ। ਅਰਥਮੈਟਿਕ ਮੈਂ ਤੁਹਾਨੂੰ ਦੱਸਤਾ ਪਲੱਸ ਮਾਈਨਸ ਡਿਵਾਈਡ ਗੁਣਾ, ਇਹ ਕੰਮ ਕੌਣ ਕਰਦਾ ਹੈ, ਅਰਥਮੈਟਿਕ ਤੇ ਲੌਜਿਕ ਯੂਨਿਟ ਕੀ ਕਰਦਾ ਹੈ, ਕੰਪੇਅਰ ਦਾ, ਮੂਸੇ ਵਾਲਾ ਦਾ ਗਾਣਾ ਸੀ, ਤੂੰ ਜਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਤੇ ਨਹੀਂ ਹਾਰਦੀ, ਉਹ ਗੱਲ ਹੈ। ਤੋ ਕੰਪੇਅਰ ਦਾ, ਕੰਪੇਅਰ ਦੇ ਵਿੱਚ ਆ ਸਾਈਨ ਆ ਸਾਈਨ ਆ ਸਾਈਨ, ਇਹ ਸਾਰੇ ਕੀ ਹੁੰਦੇ ਨੇ, ਕੰਪੇਅਰ ਦੇ ਸਾਈਨ ਹੁੰਦੇ ਨੇ। ਦ ਅਰਥਮੈਟਿਕ ਪਰਫਾਰਮ ਅਰਥਮੈਟਿਕ ਆਪਰੇਸ਼ਨ, ਜਿਹੜੇ ਮੈਂ ਤੁਹਾਨੂੰ ਦੱਸ ਚੁੱਕਿਆ ਔਨ ਦ, ਜਿਵੇਂ ਕਿ ਆ ਦੇਖੋ ਐਡੀਸ਼ਨ, ਸਬਟ੍ਰੈਕਸ਼ਨ, ਮਲਟੀਪਲੀਕੇਸ਼ਨ ਤੇ ਡਿਵੀਜ਼ਨ ਕਰਦੇ ਨੇ, ਠੀਕ ਹੈ ਜੀ। ਤੇ ਲੌਜੀਕਲ ਯੂਨਿਟ ਕੀ ਕਰਦੀ ਹੈ, ਪਰਫਾਰਮ ਲੌਜਿਕ ਆਪਰੇਸ਼ਨ, ਜਿਹੜੇ ਮੈਂ ਤੁਹਾਨੂੰ ਦੱਸ ਚੁੱਕਿਆ, ਜਿਵੇਂ ਕਿ ਆ ਕੰਪੈਰੀਜ਼ਨ ਕਰਦੀ ਹੈ, ਨੰਬਰਾਂ ਦਾ ਕਰਦੀ ਹੈ, ਲੈਟਰਸ ਨੰਬਰ ਮਤਲਬ 1 2 3 4, ਲੈਟਰਸ ਦਾ ਮਤਲਬ ABCD, ਸਪੈਸ਼ਲ ਕਰੈਕਟਰ ਜਿਵੇਂ ਕਿ ਆ ਹੁੰਦੇ ਨੇ, ਆ ਐਂਡ ਹੋ ਗਿਆ, ਪਰਸੈਂਟੇਜ ਹੋ ਗਈ, ਡਾਲਰ ਦਾ ਸਾਈਨ ਹੋ ਗਿਆ, ਸਪੈਸ਼ਲ ਕਰੈਕਟਰ ਹੁੰਦੇ ਨੇ, ਗ੍ਰੇਟਰ ਦੈਨ, ਲੈਸ ਦੈਨ, ਇਕੁਅਲ ਟੂ, ਇਹ ਸਾਰੇ ਕਿਹਦੇ ਵਿੱਚ ਆਉਂਦੇ ਨੇ ਜੀ, ਲੌਜੀਕਲ ਯੂਨਿਟ ਦੇ ਵਿੱਚ ਆਉਂਦੇ ਨੇ। ਦੋਨੇ ਕਿਹਦੇ ਵਿੱਚ ਨੇ, ਆਪਣੇ ਕੋਲੇ ALU ਦੇ ਵਿੱਚ। ਅੱਗੇ ਆਉਂਦਾ ਆਪਣੇ ਕੋਲੇ ਰਜਿਸਟਰ। ਰਜਿਸਟਰ ਹੁਣੀ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਰਜਿਸਟਰ ਕੀ ਹੁੰਦੇ ਨੇ, ਰਜਿਸਟਰ ਆਰ ਹਾਈ ਸਪੀਡ ਸਟੋਰੇਜ, ਠੀਕ ਹੈ, ਇਹ ਬਹੁਤ ਜ਼ਿਆਦਾ ਹਾਈ ਸਪੀਡ ਦੇ ਹੁੰਦੇ ਨੇ। ਇਨ ਦਾ ਕਿੱਥੇ ਹੁੰਦੇ ਆ, CPU ਦੇ ਵਿੱਚ, ਬਟ ਐਟ ਲੀਸਟ ਸਟੋਰੇਜ ਕਪੈਸਿਟੀ, ਲੀਸਟ ਦਾ ਮਤਲਬ ਹੁੰਦਾ ਬਹੁਤ ਘੱਟ, ਪਰ ਇਹਨਾਂ ਦੀ ਸਟੋਰੇਜ ਕਪੈਸਿਟੀ ਕੀ ਹੁੰਦੀ ਹੈ, ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਲਗਭਗ 1 ਬਿਟ ਹੀ ਕੀ ਕਰਕੇ ਰੱਖਦੇ ਨੇ, ਇਹ ਸੇਵ ਕਰਕੇ ਰੱਖਦੇ ਨੇ। ਤੇ ਰਜਿਸਟਰ ਦੇ ਵਿੱਚ ਸਮ ਆਫ ਦਾ ਇੰਪੋਰਟੈਂਟ ਰਜਿਸਟਰ, ਜਿਹੜੇ ਪੇਪਰ 'ਚ ਤੁਹਾਨੂੰ ਸਿਰਫ ਨਾਮ ਆ ਸਕਦੇ ਨੇ ਕਿ ਇਹਦੀ ਫੁੱਲ ਫਾਰਮ ਕੀ ਹੈ। ਪਹਿਲਾ ਸਭ ਤੋਂ ਇੰਪੋਰਟੈਂਟ ਕੀ ਹੈ, ਐਕੂਮੂਲੇਟਰ, ਸਟੋਰ ਦਾ ਰਿਜ਼ਲਟ ਆਫ ਦਾ ਅਰਥਮੈਟਿਕ ਐਂਡ ਲੌਜੀਕਲ ਆਪਰੇਸ਼ਨ। ਮੰਨ ਲਓ 2 + 2 = 4 ਹੈ, ਤਾਂ ਇਹ 4 ਰਿਜ਼ਲਟ ਸਭ ਤੋਂ ਪਹਿਲਾਂ ਕਿੱਥੇ ਸਟੋਰ ਹੁੰਦਾ ਹੈ, ਐਕੂਮੂਲੇਟਰ ਦੇ ਵਿੱਚ ਹੁੰਦਾ। ਉਹ ਤੋਂ ਬਾਅਦ ਹੈ ਇੰਸਟਰਕਸ਼ਨ ਰਜਿਸਟਰ IR, ਕੰਟੇਨ ਦਾ ਕਰੰਟ ਇੰਸਟਰਕਸ਼ਨ ਮੋਸਟ ਰੀਸੈਂਟਲੀ ਫੈਚਡ, ਜਿਹੜੀ ਸਭ ਤੋਂ ਰੀਸੈਂਟ ਮਤਲਬ ਜੋ ਆਪਾਂ ਹੁਣੀ ਕੰਮ ਕਰਕੇ ਹਟਿਆ, ਉਹਦਾ ਡਾਟਾ ਕਿਹਦੇ ਵਿੱਚ ਹੁੰਦਾ ਹੈ, IR ਦੇ ਵਿੱਚ, ਇੰਸਟਰਕਸ਼ਨ ਰਜਿਸਟਰ ਦੇ ਵਿੱਚ। ਆ ਪੇਪਰ ਦੇ ਮੋਸਟ ਇੰਪੋਰਟੈਂਟ ਹੈ। ਪ੍ਰੋਗਰਾਮ ਕਾਊਂਟਰ ਕੀ ਹੁੰਦਾ ਹੈ, ਨੈਕਸਟ ਇੰਸਟਰਕਸ਼ਨ ਟੂ ਬੀ ਪ੍ਰੋਸੈਸਡ, ਮਤਲਬ ਇਹ ਤੋਂ ਬਾਅਦ ਜਿਹੜਾ ਵੀ ਆਪਾਂ ਨੇ ਕੰਮ ਕਰਨਾ ਹੈ, ਉਹ ਕੀ ਕੰਮ ਕਰਨਾ, ਉਹ ਕਿਹਦੇ ਵਿੱਚ ਹੁੰਦਾ, ਡਾਟਾ ਸੇਵ ਪ੍ਰੋਗਰਾਮ ਕਾਊਂਟਰ ਦੇ ਵਿੱਚ। ਮੈਮਰੀ ਐਡਡ ਰਜਿਸਟਰ, ਇਹ ਪੇਪਰ ਦੇ ਵਿੱਚ ਫੁੱਲ ਫਾਰਮ ਆਉਂਦੀ ਹੈ ਸਿੱਧਾ MAR ਦੀ, ਐਡਰੈਸ ਆਫ ਦਾ ਨੈਕਸਟ ਲੋਕੇਸ਼ਨ ਇਨ ਦਾ ਮੈਮਰੀ ਟੂ ਬੀ ਐਕਸੈਸਡ। ਹੁਣ ਮੰਨ ਲਓ ਮੈਨੇ ਕੋਈ ਗਾਣਾ ਚਲਾਣਾ ਮੂਸੇ ਵਾਲਾ ਦਾ, ਤਾਂ ਉਹ ਮੂਸੇ ਵਾਲਾ ਦਾ ਮੈਮਰੀ ਦੇ ਵਿੱਚ ਕਿਤੇ ਨਾ ਕਿਤੇ ਗਾਣਾ ਪਿਆ ਨਾ, ਤਾਂ ਉੱਥੋਂ ਕੌਣ ਚੱਕ ਕੇ ਲੈ ਕੇ ਆਊਗਾ, ਮੈਮਰੀ ਐਡਰੈਸ ਰਜਿਸਟਰ, ਠੀਕ ਹੈ ਜੀ। ਇਹ ਕੀ ਹੈ, ਨੈਕਸਟ ਲੋਕੇਸ਼ਨ ਇਨ ਦਾ ਮੈਮਰੀ। ਮੈਮਰੀ ਬਫਰ ਰਜਿਸਟਰ ਕੀ ਹੁੰਦਾ, ਟੈਂਪਰੇਰੀ ਸਟੋਰ ਦਾ ਡਾਟਾ ਫਰੋਮ ਮੈਮਰੀ ਔਰ ਦਾ ਡਾਟਾ ਟੂ ਬੀ ਸੈਂਟ ਟੂ ਮੈਮਰੀ। ਮੰਨ ਲਓ 2 + 2 4 ਹੈ, ਪਰ ਰਸਤੇ ਦੇ ਵਿੱਚ ਭੀੜ ਪੈ ਗਈ, ਤਾਂ 4 ਨੂੰ ਜਿਹੜੀ ਮੈਮਰੀ ਹੈ, ਕੋਈ ਹਾਰਡ ਡਿਸਕ ਆ, ਉੱਥੇ ਜਾਣ ਤੱਕ ਟਾਈਮ ਲੱਗ ਗਿਆ, ਤਾਂ ਉਹਨੂੰ ਟੈਂਪਰੇਰੀ ਸਟੋਰ ਕੌਣ ਕਰੂਗਾ, ਰਜਿਸਟਰ ਕਰੂਗਾ, ਠੀਕ ਹੈ ਜੀ। ਤੁਹਾਨੂੰ ਕਿਸੇ ਨੇ ਨਹੀਂ ਕਰਾਉਣਾ ਇਹਨਾਂ, ਮੈਨੂੰ ਪਤਾ YouTube ਦੇ ਉੱਤੇ ਤੁਹਾਨੂੰ ਇਹ ਕੋਈ ਨਹੀਂ ਕਰਾਊਗਾ, ਸਿਰਫ ਮੈਂ ਕਰਾ ਰਿਹਾ। ਤੁਹਾਨੂੰ ਕਰਨਾ ਸਿਰਫ ਇਹਦੀ ਕੀ ਕਰਨਾ ਹੈ, ਆਪਣੇ ਕੋਲੇ ਫੁੱਲ ਫਾਰਮਸ ਯਾਦ ਕਰਨ। ਡਾਟਾ ਰਜਿਸਟਰ DR ਕੀ ਹੁੰਦਾ, ਸਟੋਰ ਦ ਆਪਰੈਂਡ ਐਟ ਐਨੀ ਅਦਰ ਡਾਟਾ। ਆਪਰੈਂਡ ਕੀ ਹੁੰਦੇ ਨੇ, ਜਿਵੇਂ ਮੈਂ ਕਹਾ 2 + 2, ਆ ਜਿਹੜੇ 2 ਤੇ 2 ਨੇ, ਇਹਨੂੰ ਆਪਾਂ ਕੀ ਕਹਿੰਦੇ ਆ, ਆਪਰੈਂਡ, ਤੇ ਜਿਹੜਾ ਵਿੱਚ ਨਿਸ਼ਾਨ ਲੱਗਿਆ ਹੁੰਦਾ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਆਪਰੇਸ਼ਨ, ਉਹਨੂੰ ਆਪਾਂ ਕੀ ਕਹਿ ਦਿੰਦੇ ਆ ਜੀ, ਆਪਰੇਸ਼ਨ ਕਹਿ ਦਿੰਦੇ ਆ। ਤਾਂ ਆ 2 ਤੇ 2 ਨੂੰ ਕੌਣ ਸਟੋਰ ਕਰਕੇ ਰੱਖਦਾ ਹੈ, ਆਪਣੇ ਕੋਲੇ ਡਾਟਾ ਰਜਿਸਟਰ। ਉਹ ਤੋਂ ਬਾਅਦ ਤੁਹਾਨੂੰ ਪਤਾ ਹੋਊਗਾ 32 ਬਿਟ ਪ੍ਰੋਸੈਸਰ ਤੇ 64 ਬਿਟ ਪ੍ਰੋਸੈਸਰ ਹੁੰਦੇ ਨੇ, ਉਹ ਵੀ ਕਿਹਦੇ ਕਰਕੇ ਹੁੰਦੇ ਨੇ, ਸਾਈਜ਼ ਆਫ ਦਾ ਰਜਿਸਟਰ। ਜੇ 32 ਬਿਟ ਦਾ ਹੈ ਤਾਂ ਆਪਾਂ 32 ਬਿਟ ਕਹਿ ਦਿੰਦੇ ਆ, 64 ਬਿਟ ਦਾ ਹੈ ਤਾਂ 64 ਬਿਟ ਕਹਿ ਦਿੰਦੇ ਆ। ਤੁਹਾਨੂੰ ਪਤਾ ਅੱਜ ਕੱਲ੍ਹ ਜ਼ਿਆਦਾਤਰ 64 ਬਿਟ ਆਉਂਦੇ ਨੇ, ਕਿਉਂ, ਕਿਉਂਕਿ ਇਹ ਬਹੁਤ ਜ਼ਿਆਦਾ ਫਾਸਟ ਹੁੰਦੇ ਨੇ 32 ਬਿਟ ਤੋਂ, ਠੀਕ ਹੈ ਜੀ। ਆ ਦੇਖੋ ਮੈਮਰੀ ਯੂਨਿਟ ਹੁੰਦੀ ਹੈ, ਮੈਮਰੀ 'ਚ ਪ੍ਰੋਗਰਾਮ ਕਾਊਂਟਰ ਅਜੇ ਮੈਂ ਕਰਾ ਚੁੱਕਿਆ, ਇੰਸਟਰਕਸ਼ਨ ਆਪਣੇ ਕੋਲੇ ਇੰਸਟਰਕਸ਼ਨ ਰਜਿਸਟਰ, ਠੀਕ ਹੈ, ਮੈਮਰੀ MAR, ਅਕਮੂਲੇਟਰ ਰਜਿਸਟਰ, ਇਹ ਸਾਰੇ ਕਿਹਦੇ ਨਾਲ ਲੱਗੇ ਹੁੰਦੇ ਨੇ, ਕੰਟਰੋਲ ਯੂਨਿਟ ਨਾਲ, ਕਿਉਂਕਿ ਕੰਟਰੋਲ ਦਾ ਹੀ ਕੰਮ ਕੀ ਹੈ, ਕੰਟਰੋਲ ਕਰਨਾ ਵੀ ਕਿਹੜਾ ਡਾਟਾ ਕਿੰਨਾ ਜਾਊਗਾ, ਕਿੰਨਾ ਨਹੀਂ ਜਾਊਗਾ, ਕਦੋਂ ਜਾਊਗਾ, ਇਹ ਸਾਰਾ ਕੰਮ ਕੌਣ ਕਰਦਾ ਹੈ, ਕੰਟਰੋਲ ਯੂਨਿਟ। ਤਾਂ ਸਾਰੇ ਅਰਥਮੈਟਿਕ ਲੌਜੀਕਲ ਯੂਨਿਟ ਵੀ ਤੇ ਆ ਸਾਰੀ ਦੀ ਸਾਰੀ ਮੈਮਰੀ ਯੂਨਿਟ ਵੀ ਕਿਹਦੇ ਨਾਲ ਲੱਗੀ ਹੁੰਦੀ ਹੈ, ਕੰਟਰੋਲ ਯੂਨਿਟ ਦੇ ਨਾਲ। ਤੇ ਇਹਨੂੰ ਕੀ ਕਹਿੰਦੇ ਨੇ ਆਪਾਂ, ਸਾਰੇ ਦੇ ਸਾਰੇ CPU ਨੂੰ ਕੀ ਕਹਿੰਦੇ ਨੇ, ਬ੍ਰੇਨ ਆਫ ਕੰਪਿਊਟਰ, ਤੇ ਕੰਟਰੋਲ ਯੂਨਿਟ ਨੂੰ ਕੀ ਕਹਿੰਦੇ ਨੇ, ਨਰਵ ਸਿਸਟਮ ਆਫ ਕੰਪਿਊਟਰ। ਮੋਸਟ ਇੰਪੋਰਟੈਂਟ ਕੁਐਸਚਨ। ਇਹਦੇ ਨਾਲ 3 ਬੱਸਿਸ ਲੱਗੀਆਂ ਹੁੰਦੀਆਂ ਨੇ, ਡਾਟਾ ਬੱਸ, ਐਡਰੈਸ ਬੱਸ ਤੇ ਕੰਟਰੋਲ ਬੱਸ। ਇਹ ਆਪਾਂ ਅੱਗੇ ਪੜਾਂਗੇ ਜੀ, ਠੀਕ ਹੈ। ਅੱਗੇ ਆਉਂਦਾ ਮੈਮਰੀ ਯੂਨਿਟ। ਮੈਮਰੀ ਯੂਨਿਟ ਕੀ ਹੁੰਦਾ ਜੀ, ਇਹ ਕੀ ਕਰਦਾ, ਤੁਹਾਨੂੰ ਪਤਾ ਮੈਮਰੀ ਦਾ ਕੰਮ ਕੀ ਹੈ, ਇਹ ਸਟੋਰ ਕਰਦਾ ਕਿਹਨੂੰ, ਡਾਟਾ ਨੂੰ, ਇੰਸਟਰਕਸ਼ਨ ਨੂੰ ਜਾਂ ਇੰਟਰਮੀਡੀਏਟ ਰਿਜ਼ਲਟ ਨੂੰ, ਤੇ ਆਊਟਪੁੱਟ ਨੂੰ ਟੈਂਪਰੇਰੀ ਡਿਊਰਿੰਗ ਦਾ ਪ੍ਰੋਸੈਸ ਆਫ ਡਾਟਾ, ਠੀਕ ਹੈ ਜੀ। ਇਹ ਟੈਂਪਰੇਰੀ ਵੀ ਕਰਦਾ, ਜਦੋਂ ਬਾਅਦ ਚ ਆਪਾਂ ਇੱਥੇ ਮੈਮਰੀ ਯੂਨਿਟ ਦਾ ਮਤਲਬ ਕੀ ਹੈ, ਪ੍ਰਾਇਮਰੀ ਮੈਮਰੀ ਤੋਂ ਹੈ। ਪ੍ਰਾਇਮਰੀ ਮੈਮਰੀ ਦਾ ਮਤਲਬ ਕੀ ਹੈ, ਜਿਹਦੇ ਵਿੱਚ RAM ਤੇ
ਰੋਮ ਆਉਂਦੀ ਹੈ। ਤਾਂ ਰੈਮ ਤੁਹਾਨੂੰ ਪਤਾ ਕਿ ਇਹ ਪਰਮਾਨੈਂਟ ਮੈਮਰੀ ਨਹੀਂ ਹੁੰਦੀ, ਇਹਦੇ ਵਿੱਚ ਸਿਰਫ ਡਾਟਾ ਜਦੋਂ ਆਪਾਂ ਕੰਮ ਕਰ ਰਹੇ ਹੁੰਦੇ ਆ ਉਦੋਂ ਸੇਵ ਹੁੰਦਾ। ਤਾਂ ਇਹ ਮੈਮਰੀ ਕੀ ਕਰਦੀ ਹੈ, ਡਾਟਾ ਇੰਸਟਰਕਸ਼ਨ ਇੰਟਰਮੀਡੀਏਟ ਰਿਜ਼ਲਟ। ਇੰਟਰਮੀਡੀਏਟ ਰਿਜ਼ਲਟ ਮਤਲਬ ਜਿਵੇਂ 2 + 2 4 ਹੈ, ਇਹਦੇ ਬਾਅਦ 4 ਨੂੰ ਵੀ ਆਪਣੇ ਅੱਗੇ ਕੰਮ ਕਰਨਾ, ਤਾਂ ਇਹ ਇੰਟਰਮੀਡੀਏਟ ਹੋ ਗਿਆ, ਮਤਲਬ ਵਿੱਚ ਦਾ ਰਿਜ਼ਲਟ ਹੋ ਗਿਆ। ਤੇ ਆਊਟਪੁੱਟ ਟੈਂਪਰੇਰੀ ਸਟੋਰ ਕਰਦਾ ਡਿਊਰਿੰਗ ਦਾ ਪ੍ਰੋਸੈਸ ਆਫ ਡਾਟਾ। ਦ ਇਨਪੁਟ ਡਾਟਾ ਇਜ਼ ਟੂ ਬੀ ਪ੍ਰੋਸੈਸਡ ਇਜ਼ ਬਰਾਊਟ ਇਨਟੂ ਦ ਮੇਨ ਮੈਮਰੀ ਬਿਫੋਰ ਪ੍ਰੋਸੈਸਿੰਗ। ਮਤਲਬ ਕੀ ਆ, ਮੰਨ ਲਓ ਮੈंने 2 + 2 ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਜਦੋਂ ਇਹ ਆਊਗਾ ਤਾਂ ਇਹ ਕਿੱਥੇ ਆਊਗਾ, ਮੈਮਰੀ ਦੇ ਵਿੱਚ ਆਊਗਾ। ਠੀਕ ਹੈ, ਪ੍ਰੋਸੈਸ ਹੋਣ ਤੋਂ ਪਹਿਲਾਂ ਇਹ ਮੈਮਰੀ ਦੇ ਵਿੱਚ ਆਊਗਾ, ਮੈਮਰੀ ਤੋਂ ਬਾਅਦ ਇਹ ਕੀ ਹੋਊਗਾ, ਪ੍ਰੋਸੈਸ ਹੋਊਗਾ। ਦੇਖੋ ਪ੍ਰੋਸੈਸ ਤੋਂ ਪਹਿਲਾਂ ਇਹ ਮੈਮਰੀ ਦੇ ਵਿੱਚ ਆਊਗਾ। CPU ਕੈਨ ਵਰਕ ਵਿਦ ਦ ਇਨਫੋਰਮੇਸ਼ਨ ਸਟੋਰਡ ਇਨ ਦ ਮੇਨ ਮੈਮਰੀ। ਜਿਹੜਾ CPU ਹੈ, ਪ੍ਰੋਸੈਸਰ ਹੈ, ਉਹ ਸਾਰੇ ਕਿਤੋਂ ਨਹੀਂ ਡਾਟਾ ਚੱਕਦਾ, ਉਹਨੇ ਸਿਰਫ ਮੈਮਰੀ ਦੇ ਵਿੱਚ ਜਾਣਾ। ਠੀਕ ਹੈ, ਕੰਟਰੋਲ ਯੂਨਿਟ ਕਹੂਗਾ ਵੀ ਡਾਟਾ ਨੂੰ ਕਿੱਥੇ ਲੈ ਕੇ ਆਓ, ਮੇਨ ਮੈਮਰੀ ਤੱਕ। ਤੇ ਉਸ ਤੋਂ ਬਾਅਦ ਕੀ ਹੋਊਗਾ, ਮੇਨ ਮੈਮਰੀ ਦੇ ਵਿੱਚ ਕੀ ਕਰੂਗਾ, ਜੋ ਆਪਣੇ ਕੋਲੇ CPU ਹੈ ਜਾਂ ਪ੍ਰੋਸੈਸਰ ਹੈ, ਉਹ ਮੇਨ ਮੈਮਰੀ 'ਚ ਜਾਊਗਾ, ਡਾਟਾ ਚੱਕੂਗਾ ਤੇ ਉਹਦੇ ਉੱਤੇ ਕੀ ਕਰੂਗਾ, ਕੰਮ ਕਰੂਗਾ। ਠੀਕ ਹੈ, ਤੇ ਉਸ ਤੋਂ ਬਾਅਦ ਕੀ ਹੈ, ਅਨਦਰ ਕਾਈਂਡ ਆਫ ਸਟੋਰੇਜ ਯੂਨਿਟ ਇਜ਼ ਸੈਕੰਡਰੀ ਮੈਮਰੀ ਆਫ ਦਾ ਕੰਪਿਊਟਰ। ਇਹ ਕੀ ਸੀ ਆਪਣੇ ਕੋਲੇ, ਮੇਨ ਮੈਮਰੀ ਦੇ ਵਿੱਚ ਰੈਮ ਰੋਮ ਆ ਗਿਆ, ਜਿਹੜਾ ਕਿ ਕੰਪਿਊਟਰ ਨੂੰ ਜੋ ਚੀਜ਼ ਜ਼ਰੂਰੀ ਹੁੰਦੀ ਹੈ ਉਹ ਸਾਰੀ ਰੈਮ ਰੋਮ ਦੇ ਵਿੱਚ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਨੂੰ ਯੂਜ਼ਰ ਨੂੰ ਜਿਹੜੀ ਜ਼ਰੂਰੀ ਹੁੰਦੀ ਹੈ ਉਹਨੂੰ ਆਪਾਂ ਸੈਕੰਡਰੀ ਮੈਮਰੀ ਕਹਿ ਦਿੰਦੇ ਆ, ਜਿਹੜੀ ਕੀ ਹੁੰਦੀ ਹੈ ਜਿਵੇਂ ਹਾਰਡ ਡਿਸਕ ਹੋ ਗਈ, ਫਲੋਪੀ ਡਿਸਕ ਹੋ ਗਈ, ਪੈਨ ਡਰਾਈਵ ਹੋ ਗਈ, ਸੀਡੀਆਂ ਹੋ ਗਈਆਂ, ਇਹ ਸਾਰੇ ਕੀ ਨੇ ਆਪਣੇ ਕੋਲੇ ਸੈਕੰਡਰੀ ਡਿਵਾਈਸਿਸ। ਠੀਕ ਹੈ, ਦ ਮੈਮਰੀ ਯੂਨਿਟ ਕੰਸਿਸਟ ਆਫ ਕੈਸ਼ੇ ਮੈਮਰੀ। ਇਹਦੇ ਵਿੱਚ ਇੱਕ ਕੈਸ਼ੇ ਮੈਮਰੀ ਵੀ ਹੁੰਦੀ ਹੈ ਤੇ ਪ੍ਰਾਇਮਰੀ ਮੈਮਰੀ। ਠੀਕ ਹੈ, ਇੱਕ ਤਰੀਕੇ ਨਾਲ ਪ੍ਰਾਇਮਰੀ ਮੈਮਰੀ ਦਾ ਹੀ ਪਾਰਟ ਕਹਿ ਸਕਦੇ ਹੋ। ਐਕਚੁਅਲ ਦੇ ਵਿੱਚ ਪ੍ਰਾਇਮਰੀ ਮੈਮਰੀ ਰੈਮ ਤੇ ਰੋਮ ਹੀ ਹੁੰਦੀ ਹੈ, ਪਰ ਕੈਸ਼ੇ ਮੈਮਰੀ ਕਿਉਂ ਹੁੰਦੀ ਹੈ, ਕਿਉਂਕਿ ਕੈਸ਼ੇ ਮੈਮਰੀ ਕੀ ਕਰਦੀ ਹੈ, ਸਪੀਡ ਬਹੁਤ ਜ਼ਿਆਦਾ ਇਨਹੈਂਸ ਕਰਦੀ ਹੈ। ਠੀਕ ਹੈ ਜੀ, ਤਾਂ ਮੈਮਰੀ ਯੂਨਿਟ 'ਚ ਇੱਕ ਕੈਸ਼ੇ ਮੈਮਰੀ ਹੋਗੀ ਤੇ ਪ੍ਰਾਇਮਰੀ ਮੈਮਰੀ ਹੋਗੀ। ਪ੍ਰਾਇਮਰੀ ਮੈਮਰੀ ਜਾਂ ਮੇਨ ਮੈਮਰੀ, ਦੇਖੋ ਪ੍ਰਾਇਮਰੀ ਮੈਮਰੀ ਤੇ ਮੇਨ ਮੈਮਰੀ ਇੱਕੋ ਹੀ ਚੀਜ਼ ਹੈ। ਪੇਪਰ 'ਚ ਆਉਂਦਾ ਕਿ ਪ੍ਰਾਇਮਰੀ ਮੈਮਰੀ ਨੂੰ ਹੋਰ ਕੀ ਕਹਿੰਦੇ ਨੇ, ਤਾਂ ਮੇਨ ਮੈਮਰੀ ਕਹਿੰਦੇ ਨੇ। ਆਫ ਦਾ ਕੰਪਿਊਟਰ ਯੂਜ਼ ਟੂ ਸਟੋਰ ਦਾ ਡਾਟਾ ਐਂਡ ਇੰਸਟਰਕਸ਼ਨ ਡਿਊਰਿੰਗ ਦਾ ਐਗਜ਼ੀਕਿਊਸ਼ਨ। ਜਿਹੜੀ ਚੀਜ਼ ਮੈंने ਉਰੇ ਕਹੀ ਹੈ, ਮੈਮਰੀ ਯੂਨਿਟ ਦੇ ਵਿੱਚ ਮੇਨਲੀ ਕੀ ਹੁੰਦਾ ਹੈ, ਜਦੋਂ ਕੰਮ ਹੋ ਰਿਹਾ ਹੋਵੇ ਉਦੋਂ ਡਾਟਾ ਸਟੋਰ ਕਰਦਾ ਹੈ ਮੈਮਰੀ ਯੂਨਿਟ। ਤੇ ਦੋ ਪ੍ਰਕਾਰ ਦੀ ਹੈ, ਇੱਕ ਰੈਮ ਹੈ, ਇੱਕ ਰੋਮ ਹੈ। ਰੈਂਡਮ ਐਕਸੈਸ ਮੈਮਰੀ ਤੇ ਰੀਡ ਓਨਲੀ ਮੈਮਰੀ ਪੇਪਰ 'ਚ ਆਉਂਦਾ ਹੈ, ਤੇ ਇਹ ਦੋਨੇ ਕੀ ਨੇ ਆਪਣੇ ਕੋਲੇ, ਪ੍ਰਾਇਮਰੀ ਮੈਮਰੀਜ਼ ਨੇ। ਪੇਪਰ 'ਚ ਆਉਂਦਾ ਰੈਮ ਕੀ ਹੈ, ਰੈਮ ਇੱਕ ਵੋਲੇਟਾਈਲ ਮੈਮਰੀ ਹੈ। ਵੋਲੇਟਾਈਲ ਦਾ ਮਤਲਬ ਕੀ ਹੁੰਦਾ ਹੈ, ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਇਹਦੇ ਵਿੱਚੋਂ ਡਾਟਾ ਆਪਣੇ ਆਪ ਰਿਮੂਵ ਹੋ ਜਾਂਦਾ ਹੈ, ਉਹਨੂੰ ਆਪਾਂ ਕੀ ਕਹਿੰਦੇ ਆ, ਵੋਲੇਟਾਈਲ। ਤੇ ਰੋਮ ਕੀ ਹੈ, ਰੋਮ ਇੱਕ ਨਾਨ ਵੋਲੇਟਾਈਲ ਹੈ। ਇਹਦਾ ਮਤਲਬ ਕੀ ਹੁੰਦਾ ਹੈ, ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਇਹਦੇ ਵਿੱਚੋਂ ਡਾਟਾ ਰਿਮੂਵ ਨਹੀਂ ਹੁੰਦਾ। ਠੀਕ ਹੈ ਜੀ, ਇਨ ਐਡੀਸ਼ਨ ਮੇਨ ਮੈਮਰੀ ਆਰ देयर आर ਅਨਦਰ ਕਾਈਂਡ ਆਫ ਸਟੋਰੇਜ ਡਿਵਾਈਸ। ਇਹ ਤੋਂ ਇਲਾਵਾ ਪ੍ਰਾਇਮਰੀ ਤੋਂ ਇਲਾਵਾ ਇੱਕ ਹੋਰ ਹੁੰਦੀ ਹੈ ਸੈਕੰਡਰੀ ਮੈਮਰੀ। ਪ੍ਰਾਇਮਰੀ 'ਚ ਤਾਂ ਰੈਮ ਰੋਮ ਆ ਗਿਆ, ਅੱਗੇ ਜੇ ਆਪਾਂ ਹੋਰ ਡੀਪ ਦੇ ਵਿੱਚ ਪੜਾਂਗੇ ਕਿ ਇਹਦੀ ਯੂਨਿਟ ਕੀ ਹੁੰਦੀਆਂ ਨੇ, ਇਹਦੇ ਵਿੱਚ ਅੱਗੇ ਟਾਈਪਸ ਕਿਹੜੀਆਂ ਹੁੰਦੀਆਂ ਨੇ। ਠੀਕ ਹੈ, ਇਹ ਇੱਕ ਬੇਸਿਕ ਵੀਡੀਓ ਅੱਜ ਦੀ। ਸੈਕੰਡਰੀ ਮੈਮਰੀ ਕੀ ਹੁੰਦੀ ਹੈ, ਨਾਨ ਵੋਲੇਟਾਈਲ ਹੁੰਦੀ ਹੈ ਤੇ ਯੂਜ਼ਡ ਫॉर ਪਰਮਾਨੈਂਟ ਸਟੋਰੇਜ। ਪਰਮਾਨੈਂਟ ਦਾ ਮਤਲਬ ਕੀ ਹੈ, ਜਿਵੇਂ ਹਾਰਡ ਡਿਸਕ ਹੈ, ਹਾਰਡ ਡਿਸਕ ਉਦੋਂ ਤੱਕ ਡਾਟਾ ਸਟੋਰ ਰਹੂਗਾ ਜਦੋਂ ਤੱਕ ਤੁਸੀਂ ਆਪ ਉਹਨੂੰ ਡਿਲੀਟ ਨਹੀਂ ਕਰਦੇ। ਠੀਕ ਹੈ, ਇਹ ਪ੍ਰੋਗਰਾਮ ਔਰ ਡਾਟਾ ਹੈਜ਼ ਟੂ ਬੀ ਐਗਜ਼ੀਕਿਊਟਡ ਬਰਾਊਟ ਰੈਮ ਫਰੋਮ ਦਾ ਸੈਕੰਡਰੀ ਮੈਮਰੀ। ਆਪਾਂ ਜਦੋਂ ਰੈਮ ਦੇ ਵਿੱਚ ਕੋਈ ਡਾਟਾ ਲੈ ਕੇ ਆਉਂਦੇ ਆ, ਠੀਕ ਹੈ, ਤਾਂ ਰੈਮ ਦੇ ਵਿੱਚ ਵੀ ਜਦੋਂ ਆਪਾਂ ਡਾਟਾ ਲੈ ਕੇ ਆਉਂਦੇ ਤਾਂ ਪਹਿਲਾਂ ਆਪਣੇ ਕੋਲੇ ਕੀ ਹੁੰਦਾ ਹੈ, ਜਿਵੇਂ ਆ ਦੇਖੋ, ਆ ਤੁਹਾਡੇ ਕੋਲੇ ਹਾਰਡ ਡਿਸਕ ਹੈ, ਇਹ ਇੱਕ ਸੈਕੰਡਰੀ ਡਿਵਾਈਸ ਹੈ। ਤੁਹਾਨੇ ਮੂਸੇਵਾਲੇ ਦਾ ਗਾਣਾ ਲਾਉਣਾ ਹੈ, ਉਹ ਮੂਸੇਵਾਲੇ ਦਾ ਗਾਣਾ ਇੱਥੇ ਪਿਆ, ਤੁਸੀਂ ਜਦੋਂ ਕੀ ਕਰੋਗੇ, ਹਾਰਡ ਡਿਸਕ ਤੋਂ ਗਾਣਾ ਕਿੱਥੇ ਆਊਗਾ, ਰੈਮ ਦੇ ਵਿੱਚ ਆਊਗਾ। ਠੀਕ ਹੈ ਜੀ, ਹਾਰਡ ਡਿਸਕ ਤੋਂ ਗਾਣਾ ਰੈਮ ਦੇ ਵਿੱਚ ਆਊਗਾ, ਤੇ ਜਿਹੜਾ ਫਿਰ ਉਸ ਤੋਂ ਬਾਅਦ CPU ਹੈ ਉਹ ਕਿੱਥੇ ਜਾਊਗਾ, ਰੈਮ ਦੇ ਵਿੱਚ ਜਾਊਗਾ। ਉਹ ਦੇਖੂਗਾ ਯਾਰ ਬੰਦੇ ਨੇ ਕਿਹਾ ਵੀ ਯਾਰ ਗਾਣਾ ਚਲਾਓ, ਤਾਂ ਉਹ ਗਾਣਾ ਜਦੋਂ ਚੱਲ ਰਿਹਾ ਹੋਊਗਾ ਤਾਂ ਉਹ ਗਾਣਾ ਕਿੱਥੇ ਪਿਆ ਹੋਊਗਾ, ਰੈਮ ਦੇ ਵਿੱਚ ਪਿਆ ਹੋਊਗਾ। ਇਸ ਤਰੀਕੇ ਨਾਲ ਆਪਣਾ ਕੰਮ ਕੀ ਕਰਦਾ ਹੈ ਕੰਪਿਊਟਰ। ਆ ਦੇਖੋ, ਮੈਮਰੀ ਆਪਣੇ ਕੋਲ ਦੋ ਪ੍ਰਕਾਰ ਦੀ, ਪ੍ਰਾਇਮਰੀ ਤੇ ਸੈਕੰਡਰੀ। ਪ੍ਰਾਇਮਰੀ ਆਪਣੇ ਕੋਲੇ ਰੋਮ ਤੇ ਰੈਮ। ਰੋਮ ਦੇ ਕਿਸਮਾਂ ਪੀ ਰੋਮ, ਈਪੀ ਰੋਮ ਤੇ ਈਪੀ ਰੋਮ। ਰੈਮ ਦੀ ਹੁੰਦੀ ਹੈ ਡੀ ਰੈਮ ਤੇ ਐਸ ਰੈਮ। ਅੱਗੇ ਆਪਾਂ ਜਾ ਕੇ ਸਾਰੀਆਂ ਪੜਾਂਗੇ, ਸਟੈਟਿਕ ਰੈਮ ਤੇ ਡਾਇਨਾਮਿਕ ਰੈਮ। ਸੈਕੰਡਰੀ ਕੀ ਹੁੰਦੀ ਹੈ, ਹਾਰਡ ਡਿਸਕ ਡਰਾਈਵ, ਫਲੋਪੀ ਡਿਸਕ ਡਰਾਈਵ, ਡੀਵੀਡੀ ਡਿਜੀਟਲ ਵਰਸਟਾਈਲ ਡਿਸਕ ਤੇ ਪੈਨ ਡਰਾਈਵ। ਉਹ ਤੋਂ ਇਲਾਵਾ ਜਿਹੜੇ ਕੋਈ ਸੀਡੀ ਹੋ ਗਈ, ਇਹ ਵੀ ਕੀ ਹੁੰਦੇ ਨੇ ਆਪਣੇ ਕੋਲੇ ਸੈਕੰਡਰੀ ਡਿਵਾਈਸ। ਕੋਈ ਮੈਮਰੀ ਕਾਰਡ ਹੋ ਗਿਆ, ਇਹ ਵੀ ਆਪਣੇ ਕੋਲੇ ਕੀ ਹੁੰਦੇ ਨੇ, ਸੈਕੰਡਰੀ ਡਿਵਾਈਸ, ਜਿਹਨੂੰ ਆਪਾਂ ਘਰੇ ਯੂਜ਼ ਕਰਦੇ ਹਾਂ ਡਾਟਾ ਨੂੰ ਲੰਬੇ ਦੇਰ ਤੱਕ ਸੇਵ ਕਰਕੇ ਰੱਖਣ ਦੇ ਲਈ। ਉਹ ਤੋਂ ਬਾਅਦ ਕੈਸ਼ੇ ਮੈਮਰੀ ਕੀ ਹੁੰਦੀ ਹੈ, ਪੇਪਰ ਦਾ ਮੋਸਟ ਇੰਪੋਰਟੈਂਟ ਕੁਐਸਚਨ, ਕਿ ਇੱਕ ਹਾਈ ਸਪੀਡ ਮੈਮਰੀ ਹੁੰਦੀ ਹੈ। ਜੇ ਤੁਹਾਨੂੰ ਕੈਸ਼ੇ ਮੈਮਰੀ ਤੇ ਰਜਿਸਟਰ ਦੋਨੇ ਆ ਜਾਣ ਤਾਂ ਤੁਸੀਂ ਰਜਿਸਟਰ ਲਗਾਓਗੇ, ਜੇ ਰਜਿਸਟਰ ਨਾ ਆਵੇ ਤਾਂ ਤੁਸੀਂ ਕੈਸ਼ੇ ਮੈਮਰੀ ਲਗਾਓਗੇ ਵੀ ਇਹ ਬਹੁਤ ਜ਼ਿਆਦਾ ਹਾਈ ਸਪੀਡ ਦੀ ਹੁੰਦੀ ਹੈ। ਇਹ ਰੈਮ ਤੇ CPU ਦੇ ਵਿੱਚ ਨੂੰ ਕਰਦੀ ਹੈ। ਠੀਕ ਹੈ, ਮੈਮਰੀ ਪਲੇਸਡ ਇਨ ਦਾ ਰੈਮ ਤੇ CPU। ਹੁਣ ਮੰਨ ਕੇ ਚੱਲੋ ਮੂਸੇਵਾਲੇ ਦਾ ਗਾਣਾ ਤੁਸੀਂ ਕਈ ਵਾਰ ਚਲਾ ਲਿਆ ਤਾਂ ਉਹ ਕੈਸ਼ੇ ਮੈਮਰੀ ਦੇ ਵਿੱਚ ਚਲਾ ਜਾਊਗਾ, ਤਾਂ ਜਿਹੜਾ CPU ਹੈ ਉਹ ਪਹਿਲਾਂ ਰੈਮ ਦੀ ਜਗ੍ਹਾ ਤੇ ਕੈਸ਼ੇ ਮੈਮਰੀ ਚੈੱਕ ਕਰ ਲੂਗਾ ਵੀ ਇੱਥੇ ਤਾਂ ਨਹੀਂ ਕੁਝ ਪਿਆ, ਤਾਂ ਕੈਸ਼ੇ ਮੈਮਰੀ ਤੇ ਜਦੋਂ ਚੈੱਕ ਕਰ ਲੈਣੇ ਮੂਸੇਵਾਲੇ ਦਾ ਗਾਣਾ ਪਿਆ ਤਾਂ ਉਹ ਗਾਣੇ ਨੂੰ ਚਲਾ ਦੂਗਾ। ਠੀਕ ਹੈ, ਉਹ ਰੈਮ ਦੇ ਵਿੱਚ ਸਾਰਾ ਕੁਝ ਨਹੀਂ ਲੱਭੂਗਾ, ਤਾਂ ਕਰਕੇ ਕੈਸ਼ੇ ਮੈਮਰੀ ਕੀ ਕਰਦਾ, ਇਨਹੈਂਸ ਕਰਦਾ, ਵਧਾਉਂਦਾ ਕਿਹਨੂੰ, ਸਪੀਡ ਨੂੰ। ਕੈਸ਼ੇ ਮੈਮਰੀ ਇਜ਼ ਵੈਰੀ ਐਕਸਪੈਂਸਿਵ, ਮਤਲਬ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ, ਬਹੁਤ ਜ਼ਿਆਦਾ ਸਮਾਲਰ ਹੁੰਦੀ ਹੈ ਸਾਈਜ਼ ਦੇ ਵਿੱਚ, ਤੇ ਕੰਪਿਊਟਰ ਦੇ ਵਿੱਚ ਜ਼ਿਆਦਾਤਰ 256 KB ਤੋਂ 2 MB ਤੱਕ ਦੀ ਹੀ ਕੀ ਹੁੰਦੀ ਹੈ ਆਪਣੇ ਕੋਲੇ ਕੈਸ਼ੇ ਮੈਮਰੀ ਹੁੰਦੀ ਹੈ। ਇਹ ਇੱਕ ਸਟੋਰੇਜ ਬਫਰ ਦੈਟ ਸਟੋਰ ਦਾ ਡਾਟਾ ਯੂਜ਼ ਆਫਟਨ। ਆਫਨ ਮਤਲਬ ਕੀ ਹੈ, ਜਿਹੜੀ ਚੀਜ਼ ਜ਼ਿਆਦਾ ਯੂਜ਼ ਹੋ ਰਹੀ ਹੋਵੇ ਉਹਦੇ ਨਾਲ ਹੀ ਹੁੰਦਾ, ਉੱਥੇ ਕੰਮ ਕਰਦਾ ਹੈ। ਠੀਕ ਹੈ, ਜਿੱਥੇ ਜ਼ਿਆਦਾ ਯੂਜ਼ ਹੋ ਰਿਹਾ ਹੋਵੇ।
ਉਹ ਚੀਜ਼ ਆਪਾਂ ਕੈਸ਼ ਮੈਮਰੀ 'ਚ ਰੱਖ ਲੈਂਦਾ, ਉਹ ਤੋਂ ਬਾਅਦ ਉਹਨੂੰ ਕੀ ਕਰਦਾ, ਪ੍ਰੋਸੈਸ ਕਰਦਾ। ਠੀਕ ਹੈ, ਡਿਊਰਿੰਗ ਪ੍ਰੋਸੈਸ CPU ਫਸਟ ਚੈੱਕ ਦਾ ਕੈਸ਼, ਜਿਹੜਾ CPU ਆ ਪਹਿਲਾਂ ਕੈਸ਼ ਚੈੱਕ ਕਰੂਗਾ, ਉਹ ਤੋਂ ਬਾਅਦ ਆਪਣੇ ਕੋਲੇ ਰੈਮ ਵਗੈਰਾ ਉਹ ਚੈੱਕ ਕਰਦਾ। ਦੇਖੋ ਦੈਨ ਇਟ ਲੁਕਸ ਫॉर ਰੈਮ ਡਾਟਾ। ਉਹ ਤੋਂ ਬਾਅਦ ਆਪਣੇ ਕੋਲੇ ਕੀ ਆਉਂਦੀ ਆ, ਪ੍ਰਾਇਮਰੀ ਮੈਮਰੀ। ਇਟ ਇਜ਼ ਯੂਜ਼ ਟੂ ਸਟੋਰ ਦ ਡਾਟਾ। ਤੁਹਾਨੂੰ ਪਤਾ ਪ੍ਰਾਇਮਰੀ ਮੈਮਰੀ ਕੀ ਹੁੰਦੀ ਹੈ, ਡਾਟਾ ਸਟੋਰ ਕਰਦੀ ਹੈ ਜਦੋਂ ਡਾਟਾ ਪ੍ਰੋਸੈਸ ਹੋ ਰਿਹਾ ਹੋਵੇ, ਕੰਮ ਕਰ ਰਹੇ ਹੋਈਏ ਆਪਾਂ ਕੋਈ ਵੀ। ਇਹ ਦੋ ਪ੍ਰਕਾਰ ਦੀ ਹੁੰਦੀ ਹੈ, ਰੈਮ ਤੇ ਰੋਮ। ਰੈਮ ਵੋਲੇਟਾਈਲ ਹੈ, ਵੋਲੇਟਾਈਲ ਦਾ ਮਤਲਬ ਕਿ ਜੋ ਲਾਈਟ ਚਲੇ ਜਾਵੇ ਤਾਂ ਇਹਦੇ ਵਿੱਚੋਂ ਡਾਟਾ ਆਪਣੇ ਆਪ ਰਿਮੂਵ ਹੋ ਜਾਂਦਾ ਹੈ। ਰੈਮ ਪ੍ਰੋਵਾਈਡ ਟੈਂਪਰੇਰੀ ਸਟੋਰੇਜ, ਇਹ ਟੈਂਪਰੇਰੀ ਦਿੰਦਾ, ਮਤਲਬ ਕੀ ਹੈ ਵੀ ਡਾਟਾ ਤੇ ਇੰਸਟਰਕ ਜਦੋਂ ਕੰਮ ਖਤਮ ਹੋ ਗਿਆ ਤਾਂ ਇਹਦੇ ਵਿੱਚੋਂ ਆਪਣੇ ਆਪ ਉਹ ਰਿਮੂਵ ਵੀ ਹੋ ਜਾਂਦਾ ਹੈ। ਰੈਮ ਜਿਹੜੀ ਰੋਮ ਹੈ ਉਹ ਨਾਨ ਵੋਲੇਟਾਈਲ ਹੈ, ਮਤਲਬ ਕੀ ਹੈ ਇਹ ਸਿਰਫ ਰੀਡ ਕਰ ਸਕਦੇ ਆਪਾਂ ਇਹਨੂੰ। ਜਦੋਂ ਇਹ ਬੰਦਾ ਕੋਈ ਬਣਾਉਂਦਾ, ਮੈਨੂਫੈਕਚਰਰ ਬਣਾਉਂਦਾ ਤਾਂ ਉਹੀ ਇਹਦੇ ਵਿੱਚ ਪ੍ਰੋਗਰਾਮਿੰਗ ਕਰਦਾ, ਉਹਨੂੰ ਨਾ ਤਾਂ ਆਪਾਂ ਦੁਬਾਰਾ ਕਰ ਸਕਦੇ ਨਾ ਹੀ ਉਹਨੂੰ ਇਰੇਜ਼ ਕਰ ਸਕਦਾ। ਠੀਕ ਹੈ ਜੀ, ਤੇ ਰੋਮ ਪਰਮਾਨੈਂਟ ਹੁੰਦੀ ਹੈ, ਇਹਨੂੰ ਆਪਾਂ ਡਿਲੀਟ ਵੀ ਨਹੀਂ ਕਰ ਸਕਦੇ। ਸਟੋਰਿੰਗ ਸਟੈਂਡਰਡ ਪ੍ਰੋਸੈਸਿੰਗ, ਜਿਹੜੀ ਪ੍ਰੋਸੈਸਿੰਗ ਹੋ ਰਹੀ ਹੁੰਦੀ ਹੈ ਕੰਪਿਊਟਰ ਦੇ ਵਿੱਚ, ਕੰਪਿਊਟਰ ਦਾ ਔਨ ਹੋਣਾ, ਬਾਇਸ ਹੋਣਾ, ਉਹ ਸਾਰਾ ਕਿਹਦੇ ਵਿੱਚ ਹੁੰਦਾ ਜੀ, ਰੋਮ ਦੇ ਵਿੱਚ ਹੀ ਹੁੰਦਾ। ਇਹਦੇ ਬਾਰੇ ਵੀ ਆਪਾਂ ਅੱਗੇ ਐਕਸਪਲੇਨ ਦੇ ਵਿੱਚ ਪੜਾਂਗੇ। ਰੈਮ ਸਟੋਰ ਡਾਟਾ, ਉਹੀ ਚੀਜ਼ ਹੈ ਕਿ ਰੈਮ ਜਿਹੜਾ ਡਾਟਾ ਸਟੋਰ ਕਰਦੀ ਹੈ। ਰੈਮ ਪ੍ਰੋਵਾਈਡ ਲਿਮਟਡ ਸਟੋਰੇਜ ਕੈਪੈਸਿਟੀ ਡਿਊ ਟੂ ਇਟਸ ਹਾਈ ਕਾਸਟ, ਰੈਮ ਦੀ ਕਾਸਟ ਬਹੁਤ ਜ਼ਿਆਦਾ ਹਾਈ ਹੁੰਦੀ ਹੈ ਤੇ ਇਹ ਲਿਮਟਡ ਜੀ ਸਟੋਰੇਜ ਹੀ ਕੀ ਕਰਦੀ ਹੈ, ਪ੍ਰੋਵਾਈਡ ਕਰਦੀ ਹੈ। ਜੋ ਆਪਣੇ ਕੋਲ ਸੈਕੰਡਰੀ ਮੈਮਰੀ ਹੁੰਦੀ ਹੈ, ਇਹ ਕੀ ਹੁੰਦੀ ਹੈ, ਡਾਟਾ ਸਟੋਰ ਕਰਦੀ ਹੈ ਪਰਮਾਨੈਂਟਲੀ। ਪਰਮਾਨੈਂਟਲੀ ਮਤਲਬ ਜਿਵੇਂ ਸਿੱਧੂ ਮੂਸੇਵਾਲੇ ਦਾ ਕੋਈ ਗਾਣਾ ਹੈ ਤਾਂ ਤੁਹਾਨੂੰ ਪਰਮਾਨੈਂਟਲੀ ਸੇਵ ਰੱਖਣਾ, ਜਿਵੇਂ ਹਾਰਡ ਡਿਸਕ ਦੇ ਵਿੱਚ ਰੱਖਣਾ ਹੈ ਜਾਂ ਪੈਨ ਡਰਾਈਵ 'ਚ ਰੱਖਣਾ, ਤਾਂ ਇਹ ਪਰਮਾਨੈਂਟਲੀ ਕੀ ਕਰਦੀ ਹੈ, ਸਟੋਰ ਕਰਦੀ ਹੈ। ਦਾ ਇਨਫੋਰਮੇਸ਼ਨ ਕੈਨ ਬੀ ਸਟੋਰਡ ਸੈਕੰਡਰੀ ਮੈਮਰੀ ਫॉर ਅ ਲੌਂਗ, ਮਤਲਬ ਸਾਲਾਂ ਦੇ ਵਿੱਚ ਵੀ ਆਪਾਂ ਹੁਣ ਹਾਰਡ ਡਿਸਕਾਂ ਨੇ ਚੱਲਦੀ ਰਹਿੰਦੀਆਂ ਨੇ ਤੇ ਜਨਰਲੀ ਪਰਮਾਨੈਂਟ ਹੁੰਦੀਆਂ ਨੇਚਰ ਤੇ ਇਰੇਜ਼ਡ ਬਾਈ ਦਾ ਯੂਜ਼ਰ। ਯੂਜ਼ਰ ਮਤਲਬ ਜਿਵੇਂ ਮੇਰੇ ਦੁਆਰਾ ਇਹ ਇਰੇਜ਼ ਕਰ ਦਿੱਤੀ ਜਾਊਗੀ। ਇਟ ਇਜ਼ ਨਾਨ ਵੋਲੇਟਾਈਲ ਹੁੰਦੀ ਹੈ, ਵੀ ਲਾਈਟ ਜਾਣ ਦੇ ਉੱਤੇ ਇਹਦੇ ਵਿੱਚੋਂ ਜੋ ਹੈ ਆਪਣੇ ਕੋਲ ਡਾਟਾ ਡਿਲੀਟ ਨਹੀਂ ਹੁੰਦਾ, ਜਿਵੇਂ ਹਾਰਡ ਡਿਸਕ ਡਰਾਈਵ, ਫਲੋਪੀ ਡਰਾਈਵ, ਆਪਟੀਕਲ ਡਿਸਕ। ਆਪਟੀਕਲ ਡਿਸਕ ਜਿਵੇਂ CD ਹੋ ਗਈ, DVD ਹੋ ਗਈ ਜਾਂ ਬਲੂ-ਰੇ ਡਿਸਕ ਹੋ ਗਈ, ਇਹ ਕੀ ਹੁੰਦੇ ਨੇ, ਆਪਟੀਕਲ ਡਿਵਾਈਸਿਸ। ਦ ਡਾਟਾ ਐਂਡ ਇੰਸਟਰਕਸ਼ਨ ਦੇਰ ਆਰ ਕਰੰਟਲੀ ਨਾਟ ਬੀਇੰਗ ਯੂਜ਼ਡ ਬਾਈ CPU ਬਾਈ ਮੇ ਬੀ ਰਿਕੁਆਇਰਡ ਲੇਟਰ। ਜਿਹੜੀ ਵੀ ਡਾਟਾ ਹੈ, ਜੋ ਵੀ ਡਾਟਾ ਤੇ ਇੰਸਟਰਕਸ਼ਨ, ਇੱਥੇ ਇੱਕੋ ਹੀ ਮੰਨ ਕੇ ਚਲੋ ਹਜੇ ਲਈ ਡਾਟਾ ਤੇ ਇੰਸਟਰਕਸ਼ਨ ਜੋ ਵੀ ਯੂਜ਼ ਨਹੀਂ ਹੋ ਰਿਹਾ, ਉਹ ਸਾਰਾ ਕਿਹਦੇ ਵਿੱਚ ਹੁੰਦਾ ਹੈ, ਸੈਕੰਡਰੀ ਮੈਮਰੀ ਦੇ ਵਿੱਚ ਹੀ ਹੁੰਦਾ ਹੈ। ਸੈਕੰਡਰੀ ਮੈਮਰੀ ਹੈਜ਼ ਹਾਈ ਸਟੋਰੇਜ ਕੈਪੈਸਿਟੀ। ਤੁਹਾਨੂੰ ਪਤਾ ਹੈ ਕਿ ਜਿਹੜੀਆਂ ਮੈਮਰੀਆਂ ਨੇ ਉਹ ਇੱਕ ਟੀਬੀ ਤੱਕ ਵੀ ਆਉਣ ਲੱਗ ਗਈਆਂ। ਠੀਕ ਹੈ, 1000 TB ਤੱਕ ਵੀ ਆਉਣ ਲੱਗ ਗਈਆਂ। ਤੇ ਦੈਨ ਦ ਪ੍ਰਾਇਮਰੀ ਮੈਮਰੀ, ਪ੍ਰਾਇਮਰੀ ਮੈਮਰੀ ਰੈਮ ਰੋਮ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ, ਇਹ ਸਸਤੀ ਹੁੰਦੀ ਹੈ। ਤੇ ਤੁਹਾਨੂੰ ਪਤਾ ਰੈਮ ਰੋਮ ਅੱਜ ਵੀ 512 MB, ਠੀਕ ਹੈ, 1 GB 2 GB 3 GB ਇਹ ਹੁੰਦੀਆਂ ਨੇ, ਪਰ ਇਹ TB ਤੱਕ ਵੀ ਪਹੁੰਚ ਗਈਆਂ। ਠੀਕ ਹੈ, ਤਾਂ ਇਹਦੇ ਵਿੱਚ ਹਾਈ ਸਟੋਰੇਜ ਹੁੰਦੀ ਹੈ, ਚੀਪ ਹੁੰਦੀ ਹੈ, ਸਸਤੀ ਹੁੰਦੀ ਹੈ ਮੈਮਰੀ ਨਾਲੋਂ। ਠੀਕ ਹੈ, ਜੇ ਤੁਸੀਂ ਰੈਮ ਖਰੀਦੋ ਬਹੁਤ ਜ਼ਿਆਦਾ ਮਹਿੰਗੀ ਹੈ ਰੈਦਰ ਦੈਨ ਹਾਰਡ ਡਿਸਕ ਦੇ। ਠੀਕ ਹੈ, ਇਟ ਟੇਕਸ ਲੌਂਗ ਟਾਈਮ ਟੂ ਐਕਸੈਸ, ਜਦੋਂ ਆਪਾਂ ਹਾਰਡ ਡਿਸਕ ਤੇ ਕੰਮ ਕਰਦੇ ਬਹੁਤ ਜ਼ਿਆਦਾ ਟਾਈਮ ਲੈਂਦੀ ਹੈ, ਪਰ ਜਿਹੜੀ ਆਪਣੇ ਕੋਲ ਪ੍ਰਾਇਮਰੀ ਮੈਮਰੀ ਹੁੰਦੀ ਹੈ ਉਹ ਟਾਈਮ ਬਹੁਤ ਜ਼ਿਆਦਾ ਘੱਟ ਲੈਂਦੀ ਹੈ। ਠੀਕ ਹੈ ਜੀ, ਉਹ ਤੋਂ ਬਾਅਦ ਆਉਂਦਾ ਇੰਟਰਕਨੈਕਟਿੰਗ ਦਾ ਯੂਨਿਟ ਆਫ ਅ ਕੰਪਿਊਟਰ। ਕੰਪਿਊਟਰ ਦੇ ਜਿਹੜੇ ਯੂਨਿਟ ਨੇ ਇੰਟਰਕਨੈਕਟ ਹੁੰਦੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਹਰੋਂ ਜੇ ਤੁਹਾਨੂੰ ਸਪਲਾਈ ਦੇਣੀ ਹੈ ਕੰਪਿਊਟਰ ਨੂੰ ਤਾਂ ਉਹ ਤਾਰ ਦੇ ਨਾਲ ਦੇ ਦੋਗੇ, ਪਰ ਜੇ ਅੰਦਰੋਂ ਕਰਨਾ ਤਾਂ ਉਹ ਕਿਵੇਂ ਹੁੰਦਾ, ਤਾਂ ਦੋਨੇ ਤਰੀਕੇ ਨਾਲ ਕਰਾਂਗੇ ਆਪਾਂ। CPU ਸੈਂਡ ਡਾਟਾ, CPU ਸੈਂਡ ਕਰਦਾ ਡਾਟਾ, ਇੰਸਟਰਕਸ਼ਨ ਤੇ ਇਨਫੋਰਮੇਸ਼ਨ ਟੂ ਦਾ ਕੰਪੋਨੈਂਟ ਇਨਸਾਈਡ ਦਾ ਕੰਪਿਊਟਰ। ਮੰਨ ਕੇ ਚਲੋ ਮਦਰਬੋਰਡ ਤੇ ਰੈਮ ਵੀ ਹੈ, ਰੋਮ ਵੀ ਹੈ, ਸੀਮੌਸ ਵੀ ਲੱਗਿਆ ਹੋਇਆ, ਉਹਨਾਂ ਨੇ ਆਪਸ ਦੇ ਵਿੱਚ ਕੀ ਕਰਨਾ ਹੈ, ਡਾਟਾ ਇੰਟਰਚੇਂਜ ਕਰਨਾ ਹੈ, ਤਾਂ ਉਹ ਕਿਸੇ ਦਾ ਕਿਸੇ ਥਰੂ ਕਰਨਗੇ ਤੇ ਜਿਹਦੇ ਥਰੂ ਕਰਦੇ ਨੇ ਉਹਨੂੰ ਆਪਾਂ ਕੀ ਕਹਿੰਦੇ ਆ, ਬੱਸ ਕਹਿੰਦੇ ਆ। ਠੀਕ ਹੈ, ਜਿਵੇਂ ਕੋਈ ਉਰ ਮੰਨ ਲਓ ਮੈਨੇ ਕੋਈ ਕਮਾਂਡ ਦਿੱਤੀ, ਉਹ ਪ੍ਰਿੰਟਰ ਤੱਕ ਗਈ, ਤਾਂ ਉਹ ਪ੍ਰਿੰਟਰ ਤੱਕ ਜਿਹਦੇ ਥਰੂ ਜਾਊਗੀ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਬੱਸ ਕਹਿ ਦਿੰਦੇ ਆ। ਪੇਪਰ ਦਾ ਮੋਸਟ ਇੰਪੋਰਟੈਂਟ ਕੁਐਸਚਨ ਕਿ ਕੰਪਿਊਟਰ ਦੇ ਵਿੱਚ ਕੋਈ ਵੀ ਡਾਟਾ ਐਕਸਚੇਂਜ ਕਿਵੇਂ ਹੁੰਦਾ, ਉਹਨੂੰ ਬੱਸ ਦੇ ਥਰੂ ਕਰਦੇ ਆ। ਬੱਸ ਇਹ ਸੈਟ ਆਫ ਇਲੈਕਟ੍ਰੋਨਿਕ ਸਿਗਨਲ, ਬਸ ਇਹ ਇੱਕ ਇਲੈਕਟ੍ਰੋਨਿਕ ਸਿਗਨਲ ਹੁੰਦੇ ਨੇ, ਅਲਾਓ ਇਨਫੋਰਮੇਸ਼ਨ ਐਂਡ ਸਿਗਨਲ ਟੂ ਟਰੈਵਲ, ਜਿਹਦੇ ਵਿੱਚ ਕੀ ਕਰਦਾ, ਇਨਫੋਰਮੇਸ਼ਨ ਟਰੈਵਲ ਕਰਦੀ ਹੈ। ਕੰਪੋਨੈਂਟ ਇਨਸਾਈਡ ਔਰ ਆਊਟਸਾਈਡ, ਇਨਸਾਈਡ ਦਾ ਮਤਲਬ ਕੀ ਹੈ, ਜਿਹੜੇ ਇਹਦੇ ਵਿੱਚ ਹੋ ਰਿਹਾ ਲੈਪਟਾਪ ਦੇ, ਤੇ ਜਿਹੜਾ ਬਾਹਰੋਂ ਆਪਾਂ ਨੂੰ ਤਾਰ ਦੇ ਥਰੂ ਦਿਖ ਰਿਹਾ। ਠੀਕ ਹੈ ਜੀ, the different component of computer either CPU input output ਜਾਂ memory unit are connected with each other by बस। ठीक है, कोई भी इनपुट आउटपुट डिवाइस है, कोई मॉनिटर है, कोई प्रिंटर है, या ਇਹਦੇ ਅੰਦਰਲੇ ਕੰਪੋਨੈਂਟ ਨੇ, ਕੋਈ ਰੈਮ ਹੈ, ਕੋਈ ਰੋਮ ਹੈ, ਇਹ ਸਾਰੇ ਕਿਹਦੇ ਨਾਲ ਕਨੈਕਟ ਹੁੰਦੇ ਨੇ, ਬੱਸ ਦੇ ਨਾਲ ਹੁੰਦੇ ਨੇ। ਠੀਕ ਹੈ ਜੀ, ਇਹ ਬੱਸ ਇਹ ਸੈਟ ਆਫ ਵਾਇਰ, ਇਹ ਕੁਝ ਨਹੀਂ ਹੁੰਦੀ, ਇਹ ਇੱਕ ਵਾਇਰ ਦਾ ਸੈੱਟ ਹੁੰਦੀ ਹੈ, ਫॉर ਇੰਟਰਕਨੈਕਸ਼ਨ ਦੇ ਲਈ ਬਣੀ ਹੁੰਦੀ ਹੈ। ਈਚ ਵਾਇਰ ਕੈਰੀ 1 ਬਿਟ ਆਫ ਡਾਟਾ, ਹਰੇਕ ਇੱਕ ਵਾਇਰ 1 ਬਿਟ ਡਾਟਾ ਹੀ ਲੈ ਕੇ ਜਾਂਦੀ ਆ। ਆ ਦੇਖੋ ਆਪਣੇ ਕੋਲੇ ਮੇਨਲੀ ਆਪਣੇ ਕੋਲ 3 ਬੱਸਾਂ ਹੁੰਦੀਆਂ ਨੇ, ਕੰਟਰੋਲ ਬੱਸ, ਐਡਰੈਸ ਬੱਸ ਤੇ ਡਾਟਾ ਬੱਸ, ਜਿਹੜੀਆਂ ਕੀ ਲੈ ਕੇ ਜਾਂਦੇ ਨੇ ਆਪਣੇ ਕੋਲੇ, ਆ ਡਾਟਾ ਲੈ ਕੇ ਜਾਂਦੀ ਆ, ਐਡਰੈਸ ਲੈ ਕੇ ਜਾਂਦੀ ਆ, ਕੰਟਰੋਲ ਲੈ ਕੇ ਜਾਂਦੀ ਆ। ਆ ਤਾਂ ਪਾਵਰ ਬੱਸ ਹੈ। ਠੀਕ ਹੈ, ਪੇਪਰ 'ਚ ਨਹੀਂ ਆਉਂਦੀ, ਪੇਪਰ 'ਚ ਤੁਹਾਨੂੰ ਆਇਆ ਤੁਹਾਡੇ ਕੋਲ 3 ਬੱਸਾਂ ਹੁੰਦੀਆਂ ਨੇ, ਕਿਹੜੀਆਂ ਕਿਹੜੀਆਂ, ਡਾਟਾ ਬੱਸ, ਐਡਰੈਸ ਬੱਸ ਤੇ ਕੰਟਰੋਲ ਬੱਸ। ਪਾਵਰ ਬੱਸ ਤਾਂ ਉਹੀ ਹੈ ਜੋ ਆਪਾਂ ਬਿਜਲੀ ਦਿੰਦੇ ਆ। ਠੀਕ ਹੈ, ਇਹਦੇ ਵਿੱਚ ਡਾਟਾ ਨਹੀਂ ਹੁੰਦਾ ਕੋਈ ਕਿਸੇ ਪ੍ਰਕਾਰ ਦਾ ਵੀ। ਹੁਣ ਦੇਖੋ ਇੱਥੇ ਬੋਥ, ਇਹਦਾ ਮਤਲਬ ਕੀ ਹੈ, ਜਿਹੜੀ ਦੋਨੇ ਡਾਇਰੈਕਸ਼ਨ ਦੇ ਵਿੱਚ ਜਾ ਸਕਦਾ ਹੈ। ਜਿਵੇਂ ਕਿ ਆ ਦੇਖੋ ਇਹਦੇ ਵਿੱਚ ਦੋਨੇ ਡਾਇਰੈਕਸ਼ਨ ਕਿਹੜੀ ਹੈ, CPU ਵਾਲੀ, ਇਹ ਦੋਨੇ ਡਾਇਰੈਕਸ਼ਨ ਹੈ, ਬਾਈ ਡਾਇਰੈਕਸ਼ਨ, ਆ ਵੀ ਬਾਈ ਡਾਇਰੈਕਸ਼ਨ ਦਾ ਮਤਲਬ ਦੋਨੇ ਪਾਸੇ ਨੂੰ। ਇਹ ਕਿੱਥੇ ਜਾ ਰਹੀ ਹੈ, ਸਿਰਫ ਉੱਪਰ ਨੂੰ, ਡਾਟਾ ਸਿਰਫ ਇਧਰ ਨੂੰ ਹੀ ਜਾ ਸਕਦਾ, ਇਹਦੇ ਵਿੱਚ ਵੀ ਡਾਟਾ ਦੋਨੇ ਪਾਸੇ ਨੂੰ ਜਾ ਸਕਦਾ। ਠੀਕ ਹੈ ਜੀ, ਆ ਦੱਸਿਆ ਹੋਇਆ ਸਾਰਾ ਕੁਝ। ਤਾਂ ਅੱਗੇ ਪੜ੍ਹਦੇ ਹਾਂ ਆਪਾਂ।
ਦੋ ਪ੍ਰਕਾਰ ਦੀ ਹੁੰਦੀ ਹੈ, ਕਿਹੜੀ ਕਿਹੜੀ? ਇੰਟਰਨਲ ਬੱਸ ਹੁੰਦੀ ਹੈ ਤੇ ਐਕਸਟਰਨਲ ਬੱਸ ਹੁੰਦੀ ਹੈ। ਇੰਟਰਨਲ ਬੱਸ ਕੀ ਹੋਊਗਾ? ਜਿਹੜੇ ਕੰਪਿਊਟਰ ਦੇ ਅੰਦਰ ਜਿਵੇਂ CPU ਲੱਗਿਆ ਹੋਇਆ, ਸਿਸਟਮ ਮੈਮਰੀ ਲੱਗੀ ਹੋਈ ਹੈ, ਉਹਨੂੰ ਜੋੜਦਾ, ਉਹਨੂੰ ਆਪਾਂ ਕੀ ਕਹਿੰਦੇ ਆ? ਇੰਟਰਨਲ ਬੱਸ ਜਾਂ ਸਿਸਟਮ ਬੱਸ, ਜੋ ਕੰਪਿਊਟਰ ਦੇ ਅੱਗੇ ਅੰਦਰ ਲੱਗੀਆਂ ਹੋਈਆਂ ਚੀਜ਼ਾਂ ਨੂੰ ਜੋੜਦਾ ਹੈ, ਡਾਟਾ ਲੈ ਕੇ ਜਾਂਦਾ, ਠੀਕ ਹੈ। ਐਕਸਟਰਨਲ ਬੱਸ ਕੀ ਹੁੰਦਾ? ਜੋ ਡਿਫਰੈਂਟ ਐਕਸਟਰਨਲ ਪੈਰੀਫेरल, ਪੈਰੀਫेरल ਦਾ ਮਤਲਬ ਵੀ ਕੀ ਹੁੰਦਾ? ਹਾਰਡਵੇਅਰ, ਜਿਵੇਂ ਕਿ CPU, ਮੋਨੀਟਰ, ਜਾਂ ਐਕਸਪੈਂਸ਼ਨ ਸਲੋਟ। ਸਲੋਟ ਕੀ ਹੁੰਦੇ? ਜਿਵੇਂ C ਟਾਈਪ ਚਾਰਜਰ ਲਾਨੇ, USB ਪੋਰਟ ਲਾਨੇ, ਉਹ ਸਲੋਟ। ਇਨਪੁਟ ਆਊਟਪੁੱਟ ਪੋਰਟਸ ਤੇ ਡਰਾਈਵ ਕਨੈਕਸ਼ਨ, ਜੋ ਵੀ ਨੇ, ਮਤਲਬ ਜੋ CPU ਤੁਹਾਨੂੰ ਪਿੱਛੇ ਦਿਖ ਰਿਹਾ ਹੁੰਦਾ, ਉਹਦੇ ਤੇ ਜੋ ਕਨੈਕਸ਼ਨ ਹੁੰਦੇ ਨੇ, ਉਹਨੂੰ ਆਪਾਂ ਕੀ ਕਹਿੰਦੇ ਆ? ਐਕਸਟਰਨਲ ਬੱਸ। ਦਾ ਐਕਸਟਰਨਲ ਬੱਸ ਅਲਾਓ ਵੇਰੀਅਸ ਡਿਵਾਈਸਿਸ ਟੂ ਅਟੈਚ ਦਾ ਕੰਪਿਊਟਰ। ਆਪਾਂ ਕਹਿੰਦੇ ਇਹਦੇ ਵਿੱਚ CPU ਹੋਰ ਵੀ ਲਗਾ ਲਓ, ਪੈਨ ਡਰਾਈਵ ਵੀ ਲਗਾ ਲਓ, ਚਾਰਜਰ ਵੀ ਲਗਾ ਲਓ, ਉਹ ਸਾਰਾ ਕੀ ਹੁੰਦਾ? ਐਕਸਟਰਨਲ ਬੱਸ ਦੇ ਕੰਮ ਹੁੰਦੇ ਨੇ। ਇਟ ਅਲਾਓ ਐਕਸਪੈਂਸ਼ਨ ਆਫ ਦਾ ਕੰਪਿਊਟਰਸ ਕੈਪੇਬਿਲਿਟੀ। ਇਹਦੇ ਨਾਲ ਕੰਪਿਊਟਰ ਦੀ ਕੀ ਵੱਧ ਜਾਂਦੀ ਹੈ ਜੀ? ਕੈਪੇਬਿਲਿਟੀ ਵੱਧ ਜਾਂਦੀ ਹੈ, ਮਤਲਬ ਕੰਪਿਊਟਰ ਜ਼ਿਆਦਾ ਕੰਮ ਕਰਨ ਆਇਆ। ਇਟ ਇਜ਼ ਜਨਰਲੀ ਸਲੋਅਰ ਦੈਨ ਦਾ ਸਿਸਟਮ ਬੱਸ। ਇਹ ਸਿਸਟਮ ਬੱਸ ਤੋਂ ਸਲੋ ਹੁੰਦੇ ਨੇ। ਇਹੀ ਛੋਟੇ ਛੋਟੇ ਕੁਐਸਚਨ ਬਣਦੇ ਨੇ ਕਿ ਸਿਸਟਮ ਬੱਸ ਸਲੋ ਹੈ ਜਾਂ ਆਪਣੇ ਕੋਲੇ ਐਕਸਟਰਨਲ ਬੱਸ ਸਲੋ ਹੈ। ਤਾਂ ਐਕਸਟਰਨਲ ਬੱਸ ਸਲੋ ਹੁੰਦੀ ਹੈ, ਠੀਕ ਹੈ। ਇਟ ਆਲਸੋ ਰੈਫਰ ਐਜ਼ ਐਕਸਪੈਂਸ਼ਨ ਬੱਸ। ਦੇਖੋ, ਇੰਟਰਨਲ ਬੱਸ ਨੂੰ ਕੀ ਕਿਹਾ ਗਿਆ? ਸਿਸਟਮ ਬੱਸ। ਤੇ ਐਕਸਟਰਨਲ ਬੱਸ ਨੂੰ ਐਕਸਪੈਂਸ਼ਨ ਬੱਸ ਵੀ ਕਿਹਾ ਜਾਂਦਾ ਹੈ। ਇਹ ਸਿਸਟਮ ਬੱਸ ਔਰ ਐਕਸਪੈਂਸ਼ਨ ਬੱਸ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਤਿੰਨ ਪ੍ਰਕਾਰ ਦੀ। ਡਾਟਾ ਬੱਸ, ਐਡਰੈਸ ਬੱਸ ਤੇ ਕੰਟਰੋਲ ਬੱਸ, ਠੀਕ ਹੈ। ਜਿਹੜੀ ਆਪਣੇ ਕੋਲੇ ਐਕਸਪੈਂਸ਼ਨ ਬੱਸ ਹੁੰਦੀ ਹੈ, ਠੀਕ ਹੈ, ਮਤਲਬ ਜਿਹੜੀ ਆਪਣੇ ਕੋਲੇ ਬੱਸ ਹੁੰਦੀ ਹੈ ਸਿੰਪਲ ਬੱਸ, ਸਿੰਪਲ ਬੱਸ ਆਪਣੇ ਕੋਲ ਤਿੰਨ ਪ੍ਰਕਾਰ ਦੀਆਂ: ਡਾਟਾ ਬੱਸ, ਐਡਰੈਸ ਬੱਸ ਤੇ ਕੰਟਰੋਲ ਬੱਸ। ਤੁਹਾਨੂੰ ਪਤਾ ਹੈ ਕਿ ਡਾਟਾ ਬੱਸ ਕੀ ਕਰੂਗੀ? ਦਾ ਇੰਟਰੈਕਸ਼ਨ ਆਫ CPU ਵਿਦ ਮੈਮਰੀ ਐਂਡ ਇਨਪੁਟ ਆਊਟਪੁੱਟ ਡਿਵਾਈਸ। ਇਹ ਕੰਮ ਕਰਦੀਆਂ ਨੇ। ਕੋਈ ਵੀ ਤੁਹਾਡੇ ਕੋਲੇ CPU ਹੈ, ਉਹਦੀ ਮੈਮਰੀ ਹੈ, ਇਨਪੁਟ ਆਊਟਪੁੱਟ ਡਿਵਾਈਸ ਨੇ, ਸਾਰਿਆਂ ਦੇ ਵਿੱਚ ਇਹ ਤਾਲਮੇਲ ਬਿਠਾਉਂਦੀ ਹੈ, ਆਪਣਾ ਡਾਟਾ ਲੈ ਕੇ ਜਾਂਦੀ ਹੈ। ਕਮਾਂਡ ਟੂ ਐਕਸੈਸ ਦ ਮੈਮਰੀ ਇਨਪੁਟ ਆਊਟਪੁੱਟ ਡਿਵਾਈਸ ਬਾਈ ਦਾ ਕੰਟਰੋਲ ਬੱਸ। ਮਤਲਬ ਕੀ ਹੈ? ਜਿਹੜੀ ਸਿਰਫ ਕਮਾਂਡ ਲੈਣੀ ਹੈ, ਜਿਹਦੇ ਵਿੱਚ ਡਾਟਾ ਨਹੀਂ ਹੁੰਦਾ, ਜਿਹਦੇ ਵਿੱਚ ਸਿਰਫ ਇਹ ਦੱਸਿਆ ਹੁੰਦਾ ਹੁਣ ਆਹ ਕੰਮ ਕਰਨਾ, ਹੁਣ ਆਹ ਕੰਮ ਕਰਨਾ, ਉਹਦੇ ਲਈ ਜਿਹੜੀ ਵੀ ਮਤਲਬ ਤਾਰ ਹੁੰਦੀ ਹੈ ਜਾਂ ਇੰਟਰਨਲ ਤਾਰ ਹੁੰਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਆ? ਕੰਟਰੋਲ ਬੱਸ। ਤੇ ਜਿਹਦੇ ਵਿੱਚ ਐਡਰੈਸ ਹੁੰਦਾ, ਐਡਰੈਸ ਦਾ ਮਤਲਬ ਕੀ ਹੈ? ਮੰਨ ਲਓ ਮੈंने ਮੂਸੇ ਵਾਲਾ ਦਾ ਗਾਣਾ ਚਲਾਉਣਾ, ਤਾਂ ਉਹ ਮੂਸੇ ਵਾਲਾ ਦਾ ਗਾਣਾ ਕਿਸੇ ਨਾ ਕਿਸੇ ਮੈਮਰੀ ਜਗ੍ਹਾ ਦੇ ਉੱਤੇ ਪਿਆ ਨਾ, ਐਡਰੈਸ ਦੇ ਉੱਤੇ ਪਿਆ, ਉਹ ਐਡਰੈਸ ਦਾ ਡਾਟਾ ਜਿਹਦੇ ਵਿੱਚ ਹੁੰਦਾ, ਉਹਨੂੰ ਆਪਾਂ ਕੀ ਕਹਿੰਦੇ ਆ? ਡਾਟਾ ਬੱਸ। ਹੁਣ ਜਿਹੜਾ ਅਸਲੀ ਡਾਟਾ ਹੋਊਗਾ, ਮੂਸੇ ਵਾਲਾ ਦਾ ਗਾਣਾ ਹੋਊਗਾ, ਉਹ ਕਿਹਦੇ ਥਰੂ ਆਊਗਾ? ਉਹ ਡਾਟਾ ਬੱਸ ਦੇ ਥਰੂ ਆਊਗਾ। ਤਿੰਨ ਚੀਜ਼ਾਂ ਨੇ। ਕੰਟਰੋਲ ਬੱਸ, ਕੰਟਰੋਲ ਬੱਸ ਕੀ ਕਰੂਗੀ? ਜੋ ਸਿਰਫ ਕੰਟਰੋਲਿੰਗ ਸਿਗਨਲ ਲੈ ਕੇ ਜਾਊਗੀ। ਐਡਰੈਸ ਬੱਸ ਕੀ ਕਰੂਗੀ? ਜੋ ਉਹ ਜਗ੍ਹਾ ਦਾ ਐਡਰੈਸ ਲੈ ਕੇ ਆਊਗੀ। ਡਾਟਾ ਬੱਸ ਕੀ ਕਰੂਗੀ? ਜੋ ਅਸਲ ਡਾਟਾ ਲੈ ਕੇ ਆਊਗੀ। ਉਸ ਤੋਂ ਬਾਅਦ ਅੱਜ ਦੀ ਲਾਸਟ ਸਲਾਈਡ ਮੈਨੂੰ ਲੱਗਦਾ ਇਹੀ ਹੈ ਕਿ ਕਰੈਕਟਰਿਸਟਿਕ ਆਫ ਅ ਕੰਪਿਊਟਰ। ਕੰਪਿਊਟਰ ਦੇ ਕਰੈਕਟਰਿਸਟਿਕ ਕੀ ਹੋਣੇ ਚਾਹੀਦੇ? ਸਭ ਤੋਂ ਜ਼ਿਆਦਾ ਜਿਹੜੀ ਸਪੀਡ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ, MIPS। MIPS ਮਤਲਬ ਮਿਲੀਅਨ ਇੰਸਟਰਕਸ਼ਨਸ ਪਰ ਸੈਕਿੰਡ। ਇੱਕ ਮਿਲੀਅਨ ਦੇ ਵਿੱਚ 10 ਲੱਖ ਹੁੰਦੇ ਨੇ, ਮਤਲਬ 10 ਲੱਖ ਇੰਸਟਰਕਸ਼ਨ ਨੂੰ ਉਹ ਇੱਕ ਸਕਿੰਟ ਦੇ ਵਿੱਚ ਕੈਰੀ ਕਰ ਸਕੇ, ਕੰਮ ਕਰ ਸਕੇ। KIPS ਹੁੰਦਾ ਕਿਲੋ ਇੰਸਟਰਕਸ਼ਨਸ ਪਰ ਸੈਕਿੰਡ। ਪੇਪਰ 'ਚ MIPS ਦੀ ਫੁੱਲ ਫਾਰਮ ਆਈ ਹੋਈ ਹੈ। ਐਕੂਰੇਸੀ ਕੀ ਹੁੰਦੀ ਹੈ? ਵੀ ਇਹ ਪੂਰੇ ਦਾ ਪੂਰਾ ਐਕੂਰੇਟ ਹੁੰਦਾ ਹੈ, ਵੀ ਇਹ ਜੇ 2 + 2 ਕਰੋ ਤਾਂ 4 ਹੀ ਦਊਗਾ, 4.5 ਨਹੀਂ ਦਊਗਾ, ਠੀਕ ਹੈ ਜੀ। ਡੈਲੀਗੈਂਸ, ਡੈਲੀਗੈਂਸ ਦਾ ਮਤਲਬ ਹੁੰਦਾ ਮਿਹਨਤੀ, ਠੀਕ ਹੈ। ਇਹ ਆਪਾਂ ਜਿੰਨਾ ਮਰਜ਼ੀ ਇਹਨੂੰ ਯੂਜ਼ ਕਰ ਲਈਏ, ਇਹ ਕਦੇ ਵੀ ਟਾਇਰਡ ਨਹੀਂ ਹੁੰਦਾ ਜਾਂ ਫੈਟਿਕ ਨਹੀਂ ਹੁੰਦਾ, ਮਤਲਬ ਥੱਕਦਾ ਨਹੀਂ ਹੈਗਾ। ਇਹ ਤੋਂ ਜਿੰਨੇ ਮਰਜ਼ੀ ਆਪਾਂ ਕੰਮ ਲੈ ਸਕਦੇ ਹੋ, ਇਹ ਤੁਹਾਨੂੰ ਗੁੱਸਾ ਨਹੀਂ ਕਰਦਾ, ਠੀਕ ਹੈ। ਸਟੋਰੇਜ ਤੁਹਾਨੂੰ ਪਤਾ ਕਿ ਇਹਦੇ ਵਿੱਚ ਸਟੋਰੇਜ ਬਹੁਤ ਜ਼ਿਆਦਾ ਹੁੰਦੀ ਹੈ, ਤੇ ਆਪਾਂ ਐਕਸਟਰਨਲ ਸਟੋਰੇਜ ਮਤਲਬ ਜਿਵੇਂ ਕਿ ਸਕੈਂਡਰੀ ਮੈਮਰੀ ਲਗਾ ਕੇ ਸਟੋਰੇਜ ਨੂੰ ਹੋਰ ਵਧਾ ਸਕਦੇ ਹਾਂ। ਉਹ ਤੋਂ ਬਾਅਦ ਇਹ ਵਰਸੇਟਾਈਲ ਹੁੰਦਾ, ਮਤਲਬ ਇੱਕ ਟਾਈਮ ਦੇ ਉੱਤੇ ਗਾਣੇ ਚਲਾ ਲਓ, ਪੇਂਟ ਕਰ ਲਓ, MS ਵਰਡ ਚਲਾ ਲਓ, ਬਹੁਤ ਸਾਰੇ ਕੰਮ ਕੀ ਕਰ ਸਕਦਾ? ਇਹ ਕਰ ਸਕਦਾ, ਠੀਕ ਹੈ ਜੀ। ਸੋ ਇਹਦੇ ਨਾਲ ਹੀ ਆਪਣਾ ਅੱਜ ਦਾ ਲੈਕਚਰ ਸਮਾਪਤ ਹੁੰਦਾ। ਇਹ ਲੈਕਚਰ ਥੋੜਾ ਜਿਹਾ ਲੰਬਾ ਸੀ ਤੇ ਸ਼ਾਇਦ ਮੈਂ ਥੋੜਾ ਜਿਹਾ ਤੇਜ਼ ਬੋਲਿਆ, ਸੋ ਹੋ ਸਕੇ ਤਾਂ ਇਹਨੂੰ ਇੱਕ -1 ਕਰਕੇ ਦੇਖ ਲਓ, ਠੀਕ ਹੈ। 0.1 ਘਟਾ ਕੇ ਦੇਖ ਲਿਓ। ਸੋ ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਊਗਾ। ਪਟਵਾਰੀ ਲਈ ਮੈਂ ਚੰਗੀ ਤਰ੍ਹਾਂ ਕਹਿ ਰਿਹਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਉਹ ਤੋਂ ਇਲਾਵਾ ਕਾਂਸਟੇਬਲ ਤੇ SI ਦੇ ਵਿੱਚ ਵੀ ਇਹ ਆਊਗਾ। ਬਸ ਖਿੱਚ ਕੇ ਰੱਖੋ, ਕੰਮ ਨੂੰ ਦਬਣਾ ਨਹੀਂ ਹੈਗਾ। ਥੈਂਕ ਯੂ ਵੈਰੀ ਮਚ।